कृष्ण महनाब तेग बहादुर परम किर जी परम किर श्री गुरु गोबिंद सिंह बेसाला तरो तरा पर पुन पुन सीसा जी पुन पुन सीसा बंदों बार बार जगदीसा एक ओंकार सतगुरु तह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सो। वाहिगुरु साहिब जी सवैया यो कहते सिर कुंभ लग्यो उतरै न तरै रही हार उतारी। प्या प्या पनी मरदाने जबै कहो वाहिगुरु गुरबानी उचारी। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक सतगुरु गुरु गरीब नवाज धन धन श्री गुरु ग्रंथ साहिब सच्चे पातशाह जी महाराज धन धन श्री गुरु तेग बहादुर महाराज सच्चे पातशाह जी की पावन चरण छो धरती ते भावना अदब कीदत नाल नमस्कार करके जन्म सफला रहे सतसंगी जनो। सतगुरु गुरु नानक देव महाराज जियों के मुबारक जीवन दी कथा सुख देन वाली कथा सरवण कर रहे हाँ। जगत जलंदे नूं तारदे होए सतगुरु वख वख थावां तो हुंदे होए कामरूप देश जदों पहुंचदे ने। बाबा देखा ध्यान धर जलती सब पृथ्वी दिस आई। बाजो गुरु गुबार है करदी सुनी लुकाई। बाबे भेख बनाया उदासी दी रीत चलाई। चढ़िया सोधन धरत लुकाई। धन गुरु नानक देव महाराज जी लोकाई नूं तारन हित जो सतगुरु गुरु नानक देव महाराज सच्चे पातशाह जी गए ਹਨ। ਵੱਖ ਵੱਖ ਥਾਵਾਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਰੂਪੀ ਅੰਮ੍ਰਿਤ ਜਲ ਦਾ ਛਿੱਟਾ ਮਾਰ ਕਰਕੇ ਜਗਤ ਨੂੰ ਠਾਰ ਰਹੇ ਹਨ। ਰਾਜੇ ਸ਼ਿਵਨਾਭ ਤੋਂ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਹੋਏ ਜਿਸ ਥਾਂ ਨੂਰ ਜਾ ਜਾਦੂਗਰਨੀ ਦਾ ਉਹਦਾ ਜ਼ਿਆਦਾ ਪ੍ਰਭਾਵ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਾਸੇ ਨੂੰ ਗਏ ਹਨ। ਪਿਛਲੇ ਪ੍ਰਸੰਗਾਂ ਦੇ ਦੌਰਾਨ ਸਰਵਣ ਕੀਤਾ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਪਿਆਸ ਲੱਗੀ ਪਾਣੀ ਪੀਣ ਵਾਸਤੇ ਗਏ ਹਨ। ਇੱਕ ਗਲੀ ਦੇ ਅੰਦਰ ਇੱਕ ਘਰ ਦੇ ਅੰਦਰ ਭਾਈ ਮਰਦਾਨਾ ਸਾਹਿਬ ਨੂੰ ਭੇਡੂ ਦਾ ਰੂਪ ਬਣਾ ਕਰਕੇ ਮਹਿੰਡੇ ਦਾ ਰੂਪ ਬਣਾ ਕਰਕੇ ਘਰ ਦੇ ਅੰਦਰ ਇੱਕ ਕਿੱਲੇ ਉੱਪਰ ਸਾਧ ਸੰਗਤ ਜੀਓ ਬੰਨ ਲਿਆ। ਜਦੋਂ ਕਈ ਵਾਰ ਅਜਿਹੇ ਸਾਪਾ ਪ੍ਰਸੰਗ ਸਰਵਣ ਕਰਦੇ ਹਾਂ ਇਤਿਹਾਸ ਦੇ ਵਿੱਚੋਂ ਇੱਕ ਬਹੁਤ ਪਿਆਰੇ ਵਿਦਵਾਨ ਗੁਰੂ ਕੇ ਭਾਵਨਾ ਵਾਲੇ ਫਿਲਾਸਫਰ ਪ੍ਰਿੰਸੀਪਲ ਗੰਗਾ ਸਿੰਘ ਹੋਏ ਹਨ। ਬੜੀਆਂ ਉਹਨਾਂ ਨੇ ਜੋ ਕਿਤਾਬਾਂ ਵੀ ਸਿੱਖ ਪੰਥ ਦੀ ਝੋਲੀ ਵਿੱਚ ਪਾਈਆਂ ਉਹਨਾਂ ਨੇ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀਆਂ ਦੇ ਇਹਨਾਂ ਪ੍ਰਸੰਗਾਂ ਨੂੰ ਉਹਨਾਂ ਨੇ ਕਵਿਤਾ ਕਾਵਿ ਰੂਪ ਵਿੱਚ ਉਹਨਾਂ ਬਿਆਨ ਕੀਤਾ।
ਕਿ ਬਾਬੇਦਾਰ ਬਾਬੀ ਰੱਬ ਆਬੇ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰਨੇ ਬਹਾਨਾ ਸੀ। ਭਾਵ ਭਾਈ ਮਰਦਾਨਾ ਸਾਹਿਬ ਜੇ ਕਿਸੇ ਪਾਸੇ ਜਾਂਦੇ ਨੇ, ਕਿਤੇ ਭੁੱਖ ਲੱਗਦੀ ਹੈ, ਉਹ ਵੀ ਕੋਈ ਨਾ ਕੋਈ ਕਿਸੇ ਨੂੰ ਤਾਰਨ ਦਾ ਬਹਾਨਾ ਬਣਦੇ ਨੇ। ਨਾ ਪਿਆਸ ਲੱਗਦੀ, ਨਾ ਉਸ ਨੂਰ ਸ਼ਾਹ ਜਾਦੂਗਰਨੀ ਦੇ ਵਸ ਵਿੱਚ ਪੈਂਦੇ, ਤੇ ਕਿਸ ਪ੍ਰਕਾਰ ਉਹਨਾਂ ਦਾ ਉਧਾਰ ਕਿਵੇਂ ਹੋਣਾ ਸੀ। ਭਾਈ ਮਰਦਾਨਾ ਸਾਹਿਬ ਜੀ ਥੋੜਾ ਜਿਹਾ ਇੱਕ ਕਾਰਨ ਬਣਦੇ ਨੇ, ਤੇ ਉਹਨਾਂ ਦਾ ਜੀਆਂ ਦਾ ਉਧਾਰਨ ਦਾ ਕਾਰਨ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਬਣ ਜਾਂਦੇ ਹਨ। ਬਾਬੇਦਾਰ ਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰਨੇ ਬਹਾਨਾ ਸੀ। ਉਹ ਤਾਂ ਜਗਤ ਨੂੰ ਤਾਰਨ ਦੇ ਬਹਾਨੇ ਨੇ। ਕਿਤੇ ਭੁੱਖ ਲੱਗਦੀ, ਕਿਤੇ ਕੌਡੇ ਰਾਖਸ਼ ਦੇ ਵਸ ਵਿੱਚ ਪੈ ਜਾਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਤਾਰਦੇ ਫਿਰ ਉਸ ਥਾਂ ਤੇ ਪਹੁੰਚ ਕੇ ਉਹਨਾਂ ਜੀਆਂ ਦਾ ਉਧਾਰ ਕਰ ਦਿੰਦੇ ਹਨ। ਨਾ ਪਿਆਸ ਲੱਗਦੀ, ਵਲੀ ਕੰਧਾਰੀ ਦਾ ਉਧਾਰ ਕਿਵੇਂ ਹੁੰਦਾ। ਨਾ ਵਸ ਵਿੱਚ ਪੈਂਦੇ, ਨੂਰ ਸ਼ਾਹ ਜਾਦੂਗਰਨੀ ਦਾ ਉਧਾਰ ਕਿਵੇਂ ਹੁੰਦਾ। ਸੋ ਸਾਧ ਸੰਗਤ ਜੀ, ਉਹ ਸਰਵਣ ਕੀਤਾ ਇੱਥੋਂ ਤੱਕ। ਭਾਈ ਮਰਦਾਨਾ ਸਾਹਿਬ ਨੂੰ ਇੱਕ ਘਰ ਦੇ ਅੰਦਰ ਕਿੱਲੇ ਉੱਪਰ ਬੰਨ੍ਹ ਲਿਆ। ਹੁਣ ਸਤਿਗੁਰੂ ਮਹਾਰਾਜ ਜੀਆਂ ਦੀ ਪ੍ਰੀਤੀ ਹੈ, ਜਿਹਦੀ ਬਾਹ ਪਕੜੀ ਹੈ, ਮਹਾਰਾਜ ਜੀ ਉਹਦੀ ਬਾਹ ਇਸ ਪ੍ਰਕਾਰ ਨਹੀਂ ਛੱਡਦੇ। ਉਹ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਨੰਨ ਸੇਵਕ ਹਨ। ਪਿੰਡ ਤੋਂ ਨਗਰ ਤੋਂ ਇਕੱਠੇ ਤੁਰੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਲੱਗੇ ਕਹਿਣ, ਚਲੋ ਵੇਖੀਏ ਵੀ ਅਜੇ ਤੱਕ ਬੌੜਿਆ ਨਹੀਂ ਪਾਣੀ ਪੀ ਕੇ। ਹੁਣ ਜਗਤ ਸੁਆਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਹਨ। ਸਤਿਗੁਰੂ ਮਹਾਰਾਜ ਜੀ ਤਾਂ ਉਹ ਸਾਰੀ ਖੇਡ ਤੋਂ ਜਾਣੂ ਹਨ। ਪੁੱਛਦੇ ਪਛਾਉਂਦੇ ਉਸੇ ਗਲੀ ਵੱਲ, ਉਸੇ ਪਾਸੇ ਵੱਲ ਚਲੇ ਗਏ। ਮਹਾਰਾਜ ਜੀਆਂ ਦੀ ਆਵਾਜ਼ ਭਾਈ ਮਰਦਾਨਾ ਸਾਹਿਬ ਜੀ ਦੀ ਕੰਨੀ ਪਈ ਹੈ। ਉਸ ਥਾਂ ਉਸ ਘਰ ਵਿੱਚ ਪਹੁੰਚ ਗਏ। ਉਹ ਮਾਈ, ਉਹ ਜਾਦੂਗਰਨੀ ਬੀਬੀ ਪਹਿਲਾਂ ਤਾਂ ਮੁਨਕਰ ਹੋਈ ਵੀ ਤੁਸੀਂ ਵੇਖ ਲਓ ਇਸ ਘਰ ਦੇ ਅੰਦਰ ਕੋਈ ਹੈ। ਹੁਣ ਮਹਾਰਾਜ ਜੀ ਤਾਂ ਜਾਣਦੇ ਹਨ। ਸਤਿਗੁਰੂ ਜੀ ਸਾਧ ਸੰਗਤ ਜੀ ਉਸ ਥਾਂ ਪਹੁੰਚੇ ਹਨ ਜਿੱਥੇ ਭਾਈ ਮਰਦਾਨਾ ਸਾਹਿਬ ਜੀ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਹਨ। ਇੱਥੋਂ ਤੱਕ ਸਾਧ ਸੰਗਤ ਜੀਓ ਆਪਾਂ ਇਹ ਪ੍ਰਸੰਗ ਸਰਵਣ ਕੀਤੇ। ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਯੋ ਕਹਿਤੇ ਸਿਰ ਕੁੰਭ ਲਗਿਓ, ਉਤਰੈ ਨਾ ਤਰੈ ਰਹੀ ਹਾਰ ਉਤਾਰੀ। ਇਸ ਪ੍ਰਕਾਰ ਜਦੋਂ ਮਹਾਰਾਜ ਜੀਆਂ ਦੇ ਨਾਲ ਬਚਨ ਬਿਲਾਸ ਹੋਏ, ਉਹ ਮਾਈ ਜਿਹਦੇ ਸਿਰ ਦੇ ਉੱਪਰ ਘੜਾ ਸੀ ਜਾਦੂਗਰਨੀ ਦੇ, ਜਿਹਨੇ ਭਾਈ ਮਰਦਾਨਾ ਸਾਹਿਬ ਨੂੰ ਇਸ ਹਾਲ ਵਿੱਚ ਬੰਨ੍ਹਿਆ ਸੀ, ਉਹਦੇ ਸਿਰ ਦੇ ਉੱਪਰ ਜਿਹੜਾ ਘੜਾ ਉਸੇ ਤਰ੍ਹਾਂ ਹੀ ਜੁੜ ਗਿਆ। ਭਿਆ ਭਿਆ ਭਨੀ ਮਰਦਾਨੇ ਜਬੈ, ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਜਦੋਂ ਭਾਈ ਮਰਦਾਨਾ ਸਾਹਿਬ ਜੀਆਂ ਨੇ ਭਿਆ ਭਿਆ ਦੀ ਆਵਾਜ਼ ਦੇ ਨਾਲ ਇਸ ਪ੍ਰਕਾਰ ਆਵਾਜ਼ ਕੱਢੀ, ਮਹਾਰਾਜ ਕਹਿੰਦੇ ਇਹ ਕੀ ਕਹਿਣਾ ਹੈ ਤੂੰ, ਵਾਹਿਗੁਰੂ ਬੋਲ। ਮਹਾਰਾਜ ਜੀ ਭਾਈ ਮਰਦਾਨਾ ਸਾਹਿਬ ਜੀ ਨੂੰ ਕਹਿੰਦੇ ਤੂੰ ਇਹ ਕੀ ਆਵਾਜ਼ ਪਿਆ ਕੱਢਦਾ ਹੈ, ਤੂੰ ਆਪਣੀ ਰਸਨਾ ਤੋਂ ਮੁਖੋਂ ਵਾਹਿਗੁਰੂ ਕਹਿ। ਯੋ ਭਨ ਤੇ ਗਰ ਤੰਤ ਗਈ ਟੁੱਟ, ਭਾਤਨ ਮਾਨਵ ਟਾਮਨ ਟਾਰੀ। ਕਹਿੰਦੇ ਰਸਨਾ ਤੋਂ ਇੰਨੇ ਕਹਿੰਦਿਆਂ ਹੋਇਆਂ ਹੀ ਜੋ ਵੀ ਉਹਨਾਂ ਦੇ ਸਰੀਰ ਉੱਪਰ ਪ੍ਰਭਾਵ ਸੀ ਉਹ ਸਾਰਾ ਹੀ ਟੁੱਟ ਗਿਆ। ਤਨ ਮਾਨਵ ਰੂਪ ਵਿੱਚ ਹੋਇਆ, ਜਿਤਨਾ ਵੀ ਸਰੀਰ ਉੱਪਰ ਪ੍ਰਭਾਵ ਸੀ ਉਹ ਸਾਰਾ ਹੀ ਦੂਰ ਹੋਇਆ। ਲੇਰ ਬਾਬ ਧਰੇ ਨਿਜ ਕੰਧ, ਅਯੋ ਟਿਕ ਲੱਜਤ ਹੇਰ ਅਗਾਰੀ। ਔਰ ਫਿਰ ਭਾਈ ਮਰਦਾਨਾ ਸਾਹਿਬ ਜੀਆਂ ਨੇ ਉਹ ਰਬਾਬ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਸੀ, ਪ੍ਰੇਮ ਨਾਲ ਭਾਈ ਮਰਦਾਨਾ ਸਾਹਿਬ ਜੀਆਂ ਨੇ ਉਹ ਰਬਾਬ ਦੁਬਾਰਾ ਫਿਰ ਮੋਢੇ ਤੇ ਧਰ ਕੇ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਖਲੋਤੇ, ਹੌਲੀ ਜੀ ਉਹਨਾਂ ਦੇ ਪਿੱਛੇ ਜਾ ਕੇ ਖਲੋ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵ ਪਏ ਦੱਸਦੇ ਨੇ ਕਿ ਹੇ ਗੁਰੂ ਕੇ ਸਿੱਖਾ,
ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਪੱਲਾ ਕਦੇ ਨਾ ਛੱਡੀ, ਮਹਾਰਾਜੀਆਂ ਤੋਂ ਦੂਰ ਕਦੇ ਨਾ ਹੋਵੀ, ਗੁਰੂ ਦੇ ਸੰਗ ਤੂੰ ਹਮੇਸ਼ਾ ਰਹੀਂ। ਭਾਈ ਮਰਦਾਨਾ ਸਾਹਿਬ ਜੀ ਥੋੜਾ ਮਹਾਰਾਜੀਆਂ ਦੇ ਕੋਲ ਲੱਜਤ ਹੋ ਕੇ ਉੱਥੇ ਹੀ ਖਲੋ ਗਏ। ਪੁਨ ਨਾਰਕ ਸੀਸ ਪੈ ਕੁੰਭ ਲਗਾ ਬਿਸਮਾਦ ਭਏ ਲਖ ਕੈ ਨਰ ਨਾਰੀ। ਜਿਤਨੇ ਵੀ ਹੋਰ ਨੇੜੇ ਨਰ ਨਾਰੀ ਸਨ ਉਹ ਸਾਰੇ ਅਚਰਜ ਹੋ ਗਏ, ਹੈਰਾਨ ਹੋ ਗਏ ਵੀ ਸਿਰ ਤੋਂ ਜੋ ਘੜਾ ਉਹ ਉਤਰ ਨਹੀਂ ਰਿਹਾ ਹੇਠਾਂ। ਬਹੁ ਕੀਨ ਪ੍ਰਯਾਸ ਭਏ ਸਭ ਬਾਦ ਪਖਾਨ ਭਿਦੈ ਨਹਿ ਬੁੰਦ ਕੇ ਮਾਰੀ। ਕਹਿੰਦੇ ਬੜੇ ਉਹਨਾਂ ਨੇ ਯਤਨ ਵੀ ਕੀਤੇ ਪਰ ਉਹਨਾਂ ਦੇ ਯਤਨ ਸਾਰੇ ਇਸ ਪ੍ਰਕਾਰ ਨਾਲ ਨਿਸ਼ਫਲ ਹੋ ਗਏ ਜਿਵੇਂ ਕੋਈ ਪੱਥਰ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ। ਹੁਣ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਪਤਿਆਉਣ ਦਾ ਯਤਨ ਕੀਤਾ, ਮਹਾਰਾਜ ਜੀਆਂ ਨੂੰ ਪਰਖਣ ਦਾ ਯਤਨ ਕੀਤਾ। ਹੁਣ ਜਦੋਂ ਉਹਨਾਂ ਦੇ ਸਿਰ ਤੇ ਆਣ ਕੇ ਵਾਰੀ ਪਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਹਨ, ਉਹ ਪਏ ਯਤਨ ਪਏ ਕਰਦੇ ਹਨ ਪਰ ਸਿਰ ਤੋਂ ਕੜਾ ਉਹਨਾਂ ਤੋਂ ਨਹੀਂ ਲੱਥਾ। ਪੜ ਮੰਤਰਨ ਜੰਤਰਨ ਕੋ ਲਿਖ ਕੈ ਕਰ ਤੰਤਰਨ ਕੋ ਸਭ ਹੀ ਤਿਹਾਰੀ। ਜੰਤਰ ਮੰਤਰ ਤੰਤਰ ਉਹਨਾਂ ਨੇ ਸਾਰਾ ਹੀ ਇਹ ਪ੍ਰਯਾਸ ਕਰ ਲਏ, ਜਿਤਨੇ ਉਹ ਇਸਤਰੀ ਜਿਤਨਾ ਵੀ ਉਹਦੇ ਕੋਲ ਪ੍ਰਯਾਸ ਸੀ, ਜੋ ਵੀ ਉਹਨੇ ਆਪਣੀ ਵਿਦਿਆ ਆਦਿ ਗ੍ਰਹਿਣ ਕੀਤੀ ਸੀ, ਸਾਰੀ ਵਿਦਿਆ ਦੇ ਜ਼ੋਰ ਨਾਲ ਵੀ ਉਹਦੇ ਤੋਂ ਸਿਰ ਤੋਂ ਭਾਰ ਨਹੀਂ ਲੱਥਾ। ਘਟ ਕੂਟਸ ਬਾਨ ਉਪਾਏ ਚਲਾਵਤ ਖੰਡਤ ਹੋਣਾ ਚਲਾਇ ਉਪਚਾਰੀ। ਔਰ ਕਵੀ ਜੀ ਅੰਕਿਤ ਕਰਦੇ ਹਨ, ਕਹਿੰਦੇ ਜਿਤਨੇ ਵੀ ਯਤਨਾਂ ਦੇ ਤੀਰ ਸਨ ਉਹਦੇ ਸਾਰੇ ਯਤਨਾਂ ਦੇ ਤੀਰ ਨਿਸ਼ਫਲ ਚਲੇ ਗਏ। ਬੜਾ ਉਹਨੇ ਪ੍ਰਯਾਸ ਕੀਤਾ ਪਰ ਉਹਦਾ ਪ੍ਰਯਾਸ ਸਾਰਾ ਹੀ ਨਿਸ਼ਫਲ ਖਾਲੀ ਚਲਾ ਗਿਆ। ਕਬਿਤ ਨੂਰ ਸ਼ਾਹ ਹੋਤੀ ਸਰਦਾਰ ਤਿਸ ਦੇਸ਼ ਹੂੰ ਕੀ। ਨੂਰ ਸ਼ਾਹ ਜਾਦੂਗਰਨੀ ਜੋ ਉਸ ਥਾਂ ਦੀ ਭਾਵ ਸਾਰਿਆਂ ਦੀ ਉਹ ਮੁਖੀ ਸੀ, ਸਰਦਾਰ ਸੀ। ਭਈ ਸੁਧਤਾ ਕੋ ਕਿਨ ਜਾਏ ਕੈ ਬਖਾਨੀਆਂ। ਇਹਨੇ ਨੂੰ ਕਿਸੇ ਨੇ ਜਾ ਕੇ ਉਹਨੂੰ ਵੀ ਖਬਰ ਦੇ ਦਿੱਤੀ ਵੀ ਆਪਣੇ ਇਸ ਸ਼ਹਿਰ ਦੇ ਅੰਦਰ ਇਦਾਂ ਦਾ ਕੋਈ ਫਕੀਰ ਆਣ ਪਹੁੰਚਿਆ ਹੈ। ਉਹਨੂੰ ਵੀ ਕਿਸੇ ਨੇ ਜਾ ਕੇ ਸੋਏ ਦੇ ਦਿੱਤੀ। ਚੇਟ ਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ। ਇੱਕ ਨਗਰ ਦੇ ਅੰਦਰ, ਆਪਣੇ ਇਸ ਨਗਰ ਦੇ ਅੰਦਰ ਇੱਕ ਪੁੱਜਿਆ ਹੋਇਆ ਬੜਾ ਭਾਰੀ ਇੱਕ ਫਕੀਰ ਆਪਣੇ ਨਗਰ ਵਿੱਚ ਪਹੁੰਚਿਆ ਹੈ। ਘਟਾਤੀ ਸੀਸ ਪੈ ਲਗਾਇਓ ਸਭ ਜਾਨੀਆਂ। ਸਾਰੇ ਪਾਸੇ ਕਹਿੰਦੇ ਖਬਰ ਇਹ ਪਹੁੰਚ ਗਈ ਕਿ ਕਿਸਤਰੀ ਦੇ ਸਿਰ ਦੇ ਉੱਪਰ ਘੜਾ ਜੋ ਉਹਨਾਂ ਲਾ ਦਿੱਤਾ ਹੈ ਭਾਰ ਉਤਰ ਨਹੀਂ ਰਿਹਾ। ਮੰਤਰ ਨ ਜੰਤਰ ਨ ਤੰਤਰ ਚਲਤ ਕੋ। ਬੜੇ ਉਹਨਾਂ ਯਤਨ ਕਰ ਲਏ, ਨਾ ਮੰਤਰ ਨਾ ਜੰਤਰ ਨਾ ਤੰਤਰ, ਉਹਨਾਂ ਦੇ ਸਾਰੇ ਹੀ ਇਹ ਖਾਲੀ ਚਲੇ ਗਏ। ਹਾਰੇ ਉਪਚਾਰ ਕਰ ਕਾਹੂ ਨਾ ਹਿਲਾਨੀਆਂ। ਸਾਰਿਆਂ ਉਪਚਾਰ ਕਰ ਲਏ, ਉਤਰਨਾ ਤਾਂ ਬੜੇ ਦੂਰ ਦੀ ਗੱਲ, ਉਹ ਤਾਂ ਸਿਰ ਤੋਂ ਹਿਲਾਇਆ ਹਿਲਦਾ ਵੀ ਨਹੀਂ। ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸੁਮੇਰ ਕੋ। ਕਹਿੰਦੇ ਜਿਸ ਪ੍ਰਕਾਰ ਇੱਕ ਸ਼ੇਰ ਦੇ ਸਾਹਮਣੇ ਗਿੱਦੜ ਹੋਵੇ, ਜਿਸ ਪ੍ਰਕਾਰ ਇੱਕ ਸ਼ਮੇਰ ਪਰਬਤ ਦੇ ਸਾਹਮਣੇ ਇੱਕ ਸਨਮੁਖ ਕੀੜੀ ਨਿੱਕੀ ਕੀੜੀ ਹੋਵੇ। ਉਪਾਏ ਤਿਸ ਸਾਮੂਹੇ ਸੋਐਸੀ ਬਿਦ ਠਾਨੀਆਂ। ਕਹਿੰਦੇ ਮਹਾਰਾਜ ਜੀਆਂ ਦੇ ਸਨਮੁਖ ਤਾਂ ਉਹਨਾਂ ਦੇ ਉਪਾਅ ਇਸ ਪ੍ਰਕਾਰ ਹੋ ਰਹੇ ਹਨ। ਉਹਨਾਂ ਨੇ ਲੋਕਾਂ ਨੂੰ, ਸਥਾਨਕ ਲੋਕਾਂ ਨੂੰ, ਜਾਂ ਜਿਹੜੇ ਜਿਹੜੇ ਪਹਿਲਾਂ ਉੱਥੇ ਕੋਈ ਜੋਗੀ ਸਿੱਧ ਜਾਂ ਕੋਈ ਹੋਰ ਜਾਂਦੇ ਸਨ, ਆਪਣੇ ਇਹਨਾਂ ਟੂਣੇ ਟਮਾਂਤਰਾਂ ਦੇ ਰਾਹੀਂ ਉਹ ਲੋਕਾਂ ਨੂੰ ਭਰਮਾ ਲੈਂਦੇ ਸਨ। ਪਰ ਅੱਜ ਜੋ ਹੁਣ ਸਨਮੁਖ, ਹੁਣ ਮਿਲਾਪ ਜੋ ਹੋਇਆ ਹੈ, ਸਨਮੁਖ ਜੋ ਆਣ ਕੇ ਖਲੋਤੇ ਨੇ, ਭਾਈ ਸੰਤੋਖ ਸਿੰਘ ਜੀ ਕਵੀ ਜੀ ਇੱਥੇ ਲਿਖਦੇ ਨੇ, ਕਹਿੰਦੇ ਅੱਜ ਉਹਨਾਂ ਕੀੜੀਆਂ ਦੇ ਸਾਹਮਣੇ ਸੁਮੇਰ ਪਰਬਤ ਵੱਤ ਸਤਿਗੁਰੂ ਜੀ ਆਣ ਜੂ ਪਹੁੰਚੇ ਹਨ। ਉਹਨਾਂ ਗਿੱਦੜਾਂ ਸਾਹਮਣੇ ਸਤਿਗੁਰੂ ਸ਼ੇਰ ਸਮ ਆਣ ਕੇ ਖਲੋਤੇ ਹਨ। ਹੁਣ ਦੱਸੋ ਭਾਈ ਉੱਥੇ ਉਹਨਾਂ ਦਾ ਕੀ ਉਪਾਅ ਚੱਲੇ। ਇਹ ਜਿਹੜੀ ਖਬਰ ਸੀ ਹੁਣ ਉਹਦੇ ਕੋਲ ਪਹੁੰਚੀ ਹੈ। ਸੋਨੀ ਜਬ ਰੋਸੀ ਤਬ ਤੀਆ ਟਿਕ ਜਾਉ ਸਭ। ਉਹਨੇ ਜਦੋਂ ਇੰਨੀ ਖਬਰ ਹੁਣ ਸੁਣ ਲਈ, ਰੋਸੀ ਮਨ ਦੇ ਅੰਦਰ ਉਹਨੇ ਬੜਾ ਇਸ ਬਾਤ ਦਾ ਗੁੱਸਾ ਰੋਸ ਕੀਤਾ। ਟਾਮਨ ਕੀ ਬਿਦ ਮੈਂ ਸੁਜਾਨ ਜੇ ਉਜਾਨੀਆਂ। ਔਰ ਉਹ ਇਸਤਰੀਆਂ ਭੇਜ ਦਿੱਤੀਆਂ ਜਿਹੜੀਆਂ ਇਹਨਾਂ ਟੂਣੇ ਟਮਾਂਤਰਾਂ ਦੇ ਅੰਦਰ ਬੜੀਆਂ ਨਿਪੁੰਨ, ਬੜੀਆਂ ਪ੍ਰਬੀਨ ਸਨ।
ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲਗੇ। ਉਸ ਥਾਂ ਭੇਜ ਦਿੱਤੇ ਜਿਸ ਥਾਂ ਤੇ ਸਿਰ ਦੇ ਉੱਪਰ ਉਹਦੇ ਇਸਤਰੀ ਦੇ ਘੜਾ ਚਿੰਬੜਿਆ ਹੋਇਆ ਸੀ, ਉੱਤਰ ਨਹੀਂ ਸੀ ਰਿਹਾ। ਉਹਨਾਂ ਸਮੂਹਕ ਇਸਤਰੀਆਂ ਨੂੰ ਉੱਥੇ ਭੇਜ ਦਿੱਤਾ। ਧਾਰਤ ਵਿਸਾਲ ਮਨ ਧਾਈ ਤੇ ਥਾਨੀਆਂ। ਉਹ ਸਾਰੀਆਂ ਬੜੀ ਛੇਤੀ ਨਾਲ ਉਸ ਥਾਂ ਤੋਂ ਧਾ ਕੇ ਪਹੁੰਚੀਆਂ। ਢੋਲਕ ਬਜਾਏ ਕੋ ਕੰਧ ਕੋ ਭਜਾਏ ਚਲੀ। ਕੋਈ ਢੋਲ ਵਜਾ ਰਿਹਾ ਹੈ, ਕੋਈ ਕਿਸ ਪ੍ਰਕਾਰ ਦੇ ਨਾਲ ਉਹਨਾਂ ਵੱਖ-ਵੱਖ ਯਤਨ ਕੀਤੇ। ਕੋ ਨਿਜ ਬਦਨ ਤੇ ਅਗਨ ਬਮਾਨੀਆਂ। ਕੋਈ ਆਪਣੀ ਮੁਖ ਤੋਂ ਕੋਈ ਅੱਗ ਪਈ ਕੱਢਦੀ ਹੈ, ਆਪੋ ਆਪਣੇ ਉਹਨਾਂ ਨੇ ਸਾਧ ਸੰਗਤ ਜੀਓ ਸਿਰ ਤੋਂ ਕੜਾ ਉਤਾਰਨ ਲਈ ਯਤਨ ਕੀਤੇ ਹਨ। ਚੜ ਹੈ ਬਿਟਪ ਕੋ ਮ੍ਰਿਗ ਛਾਲਾ ਪਰ। ਕੋਈ ਮ੍ਰਿਗ ਛਾਲਾ ਤੇ ਕੋਈ ਰੁੱਖ ਦੇ ਉੱਪਰ ਚੜੀਆਂ ਹਨ। ਕੋ ਭੇਟ ਮੰਤਰਨ ਕੀ ਦੇਨ ਹਿਤ ਆਨੀਆਂ। ਕੋਈ ਮੰਤਰਾਂ ਦੀ ਭੇਟ ਦੇਣ ਹਿਤ ਉਸ ਥਾਂ ਪਹੁੰਚੀਆਂ ਹਨ। ਦੋਹਰਾ ਲਿਖ ਹਾਰੇ ਜੰਤਰਨ ਸਭੈ ਮੰਤਰਨ ਪੜਿਤ ਵਿਸਾਲ। ਬੜੇ ਉਹਨਾਂ ਨੇ ਮੰਤਰ, ਬੜੇ ਉਹਨਾਂ ਨੇ ਜੰਤਰ ਉਹਨੇ ਲਿਖ ਕਰਕੇ ਵੀ ਭੇਜੇ। ਘਟਾ ਨਾ ਡੋਲਿਓ ਕਿਸੂ ਤੇ ਉਰੇ ਅਚਰਜ ਸਭ ਬਾਲ। ਔਰ ਸਾਰੇ ਹੀ ਇਹ ਸਾਰੇ ਪਾਸੇ ਬੜੇ ਹੈਰਾਨ, ਬੜੇ ਅਚਰਜ ਹੋਏ। ਘਟਾ ਭਾਵ ਉਤਰਨਾ ਤਾਂ ਦੂਰ ਦੀ ਗੱਲ, ਕਿਸੇ ਦੇ ਹਿਲਾਇਆ ਵੀ ਉਹ ਘਟਾ ਸਿਰ ਤੋਂ ਹਿੱਲਿਆ ਤੱਕ ਨਹੀਂ। ਸੋਰਠਾ ਨੂਰ ਸ਼ਾਹ ਕੇ ਪਾਸ ਪੁਨ ਸੁਧ ਨੀ ਜਾਏ ਕੈ। ਕਿਸੇ ਨੇ ਜਾ ਕੇ ਦੁਬਾਰਾ ਫਿਰ ਉਹ ਜਿਹੜੀ ਖਬਰ ਸੀ ਜਾ ਕੇ ਨੂਰ ਸ਼ਾਹ ਜਾਦੂਗਰਨੀ ਦੇ ਕੋਲ ਫਿਰ ਖਬਰ ਦਿੱਤੀ। ਹਾਰੀ ਕਰਤ ਪ੍ਰਯਾਸ ਬਲ ਨਾ ਚਲੈ ਇੱਕ ਕੁੰਭ ਪਰ। ਕਹਿੰਦੇ ਸਾਰੀਆਂ ਨੇ ਜਿਤਨੀਆਂ ਤੂੰ ਇਸਤਰੀਆਂ ਆਪਣੀਆਂ ਇਸ ਥਾਂ ਤੋਂ ਭੇਜੀਆਂ ਉਹਨਾਂ ਨੇ ਯਤਨ ਕਰ ਲਏ, ਪਰ ਉਹ ਸਾਰੀਆਂ ਹੀ ਸਤਿਗੁਰੂ ਜੀ ਦੇ ਸਨਮੁਖ ਹਾਰ ਗਈਆਂ ਹਨ। ਸਤਿਗੁਰੂ ਜੀਆਂ ਦੇ ਸਾਹਮਣੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ। ਕਬਿਤ ਸ਼੍ਰਵਣ ਸੁਨ ਰੋਸ ਕੀਨ ਸਾਬਿਨ ਕੋ ਧੀਰ ਦੀਨ। ਕੰਨੀ ਸੁਣ ਕੇ ਬੜਾ ਰੋਸ ਵੀ ਕੀਤਾ, ਬਾਕੀਆਂ ਨੂੰ ਉਹਨੇ ਧੀਰਜ ਵੀ ਦਿੱਤਾ ਹੈ। ਮੰਤਰ ਜੰਤਰ ਲੇਖ ਲੀਨ ਚਲੀ ਆਪ ਧਾਏ ਕੈ। ਹੁਣ ਆਪ ਉੱਠ ਕੇ ਚੱਲੀ, ਕਹਿੰਦੀ ਮੈਂ ਜਾ ਕੇ ਆਪ ਵੇਖਦੀ ਹਾਂ ਵੀ ਇਹ ਕੀ ਹਾਲ, ਕਿਸ ਨੇ ਇਹਨਾਂ ਦਾ ਐਸਾ ਹਾਲ ਬਣਾਇਆ ਹੈ। ਕੈਸੋ ਹੈ ਫਕੀਰ ਜਾਏ ਦੇਖੋ ਤੇ ਧੀਰ ਕੇ ਤੋ। ਔਰ ਆਏ ਹੋਏ ਫਕੀਰ ਨੂੰ ਮੈਂ ਵੀ ਵੇਖ ਲਵਾਂ ਵੀ ਕਿੱਡਾ ਕੁ ਉਹ ਵਲੀ ਫਕੀਰ ਪਹੁੰਚਿਆ ਹੈ। ਚੇਟ ਕੀ ਗਹੀਰ ਅਬ ਜੀਤੋਂਗੀ ਬਣਾਏ ਕੈ। ਹੁਣ ਮੈਂ ਜਾ ਕੇ ਉਹਨਾਂ ਤੋਂ ਚੇਟਕੀ ਪਹੁੰਚੇ ਹੋਏ ਉਸ ਗੰਭੀਰ ਫਕੀਰ ਤੋਂ ਮੈਂ ਜਿੱਤ ਜਾਵਾਂਗੀ। ਆਨ ਪੜੇ ਮੰਤਰ ਛੁਹਾਏ ਲਿਖ ਜੰਤਰ ਸੋ। ਔਰ ਆਣ ਕੇ ਉਹਨੇ ਮੰਤਰ ਪੜੇ, ਔਰ ਆਣ ਕਰਕੇ ਜਿਸ ਥਾਂ ਤੇ ਇਸਤਰੀ ਦੇ ਸਿਰ ਦੇ ਉੱਪਰ ਘੜਾ ਲੱਗਾ ਚਿੰਬੜਿਆ ਹੋਇਆ ਸੀ, ਆਣ ਕਰਕੇ ਉਸ ਥਾਂ ਗਰੀਬ ਬਾਂਧ ਤੰਤਰਨ ਕੋ ਢੋਲ ਕੀ ਬਜਾਏ ਕੈ। ਔਰ ਹੋਰ ਵੀ ਵੱਖ-ਵੱਖ ਪ੍ਰਕਾਰ ਦੇ ਨਾਲ ਢੋਲ ਆਦ ਵਜਾ ਕੇ ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਤ। ਔਰ ਬੜੇ ਹੀ ਉਹਨੇ ਟੂਣੇ ਟਮੰਤਰ ਉਥੇ ਕੀਤੇ ਹਨ। ਐਸੇ ਸਭ ਕੀਨ ਘਟਾ ਸਖੀ ਨਾ ਡੁਲਾਏ ਕੈ। ਔਰ ਕਹਿੰਦੇ ਇਹ ਸਾਰੇ ਯਤਨ ਕਰ ਲਏ ਪਰ ਘੜਾ ਨਹੀਂ ਆਪਣੀ ਥਾਂ ਤੋਂ ਹਿੱਲਿਆ। ਬੜੇ ਨੂਰ ਸ਼ਾਹ ਜਾਦੂਗਰਨੀ ਪਹਿਲਾਂ ਉਹਨੇ ਹੋਰ ਇਸਤਰੀਆਂ ਨੂੰ ਭੇਜਿਆ, ਜਦੋਂ ਉਹਨਾਂ ਤੋਂ ਵਸ ਨਾ ਚੱਲਿਆ ਕਹਿੰਦੀ ਹੰਕਾਰ ਵਸ ਹੋ ਕੇ ਕਹਿੰਦੀ ਮੈਂ ਆਪ ਜਾਵਾਂਗੀ। ਆਪ ਵੀ ਉਸ ਥਾਂ ਤੇ ਆਣ ਪਹੁੰਚੀ, ਪਰ ਇਹਦੇ ਵੀ ਜਿਤਨੇ ਵੀ ਪ੍ਰਯਾਸ ਸਨ ਸਭ ਨਿਸ਼ਫਲ ਚਲੇ ਗਏ। ਸਵਈਆ ਪਾਵਕ ਸੇ ਉਪਚਾਰ ਕੀਏ ਘਟ ਲਾਗਣ ਸੀਸ ਪਇਓ ਜਲ ਨਿਆਈ। ਇਹਦੇ ਜਿਤਨੇ ਉਪਚਾਰ ਸਨ ਉਹ ਅੱਗ ਦੀ ਨਿਆਈ ਤੇ ਘੜਾ ਇੱਕ ਜਲ ਦੀ ਨਿਆਈ, ਭਾਵ ਉਸ ਥਾਂ ਤੇ ਕੋਈ ਵੀ ਉਹਦਾ ਅਸਰ ਨਾ ਹੋਇਆ। ਏਕ ਨਾ ਜੋਰ ਚਲਿਓ ਤੇ ਉਪਰ ਹਰ ਰਹੀ ਕਰ ਕੋਟ ਉਪਾਈ। ਕਰੋੜਾਂ ਇਹਨੇ ਯਤਨ ਕਰ ਲਏ, ਵੱਖ-ਵੱਖ ਇਸ ਨੂਰ ਸ਼ਾਹ ਜਾਦੂਗਰਨੀ ਨੇ ਯਤਨ ਕਰ ਲਏ, ਪਰ ਸਾਰੇ ਹੀ ਯਤਨ ਇਹਦੇ ਖਾਲੀ ਚਲੇ ਗਏ। ਤੀ ਭਈ ਦੁਖ ਮੈਂ ਅਤ ਆਤੁਰ ਸੀਸ ਪੈ ਕੁੰਭ ਤਰੇ ਅਕੁਲਾਈ। ਹੁਣ ਦੂਸਰੇ ਪਾਸੇ ਜਿਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੇਵਕ ਦਾ ਇਹ ਹਾਲ ਕੀਤਾ ਸੀ,
ਹੁਣ ਉਹਦੇ ਸਿਰ ਦੇ ਉੱਪਰ ਲੱਗਾ ਹੋਇਆ ਘੜਾ, ਕਹਿੰਦੇ ਉਹਦੇ ਪੀੜ ਦੇ ਨਾਲ ਉਹ ਅਤ ਦੀ ਵਿਆਕੁਲ ਹੋ ਗਈ। ਹਾਏ ਮੋਹੁ ਰਾਮਹੁ ਬਾਕਯਾਨਨ, ਮੋਹ ਸੰਗ ਕਿਆ ਜਗਦੀਸ਼ ਤੇ ਬਨਾਈ। ਮੁਖੋ ਉਹ ਮਾਈ ਉਹ ਇਸਤਰੀ ਹਾਏ ਹਾਏ ਪਈ ਕਰ ਰਹੀ ਹੈ ਕਿ ਜਗਦੀਸ਼ ਨੇ, ਸਤਿਗੁਰੂ ਜੀਆਂ ਨੇ ਉਹਨਾਂ ਦੀ ਕੀ ਇਹ ਐਸੀ ਦਸ਼ਾ ਬਣਾ ਦਿੱਤੀ ਹੈ। ਦੀਨ ਭਈ ਮਨ ਚੀਨ ਲਈ, ਮਹਿਮਾ ਜੋ ਨਹੀਂ ਗੁਰ ਕੀ ਸੁਖਕਾਰੀ। ਕਹਿੰਦੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਥੋੜੀ ਮਹਿਮਾ ਹਿਰਦੇ ਦੇ ਅੰਦਰ ਹੁਣ ਜਾਣਨ ਲੱਗੀ। ਭਾਖ ਦਈ ਅਵਗਿਆ ਜੋ ਪਈ, ਸੁਨ ਕਾਨ ਲਈ ਸਿਰ ਧਾਰਨ ਨਾਰੀ। ਤੇ ਹੁਣ ਨੂਰ ਸ਼ਾਹ ਜਾਦੂਗਰਨੀ ਨੂੰ ਜਦੋਂ ਸਾਰੀ ਖਬਰ ਉਹਨੇ ਇਸਤਰੀਆਂ ਤੋਂ ਪੁੱਛੀ ਵੀ ਪਹਿਲਾਂ ਮੈਨੂੰ ਦੱਸੋ ਗੱਲ ਕੀ ਹੋਈ ਸੀ, ਉਹਨਾਂ ਸਾਰਾ ਹਾਲ ਬਿਆਨ ਕਰ ਦਿੱਤਾ ਭਾਈ ਮਰਦਾਨੇ ਸਾਹਿਬ ਵਾਲਾ, ਵੀ ਪ੍ਰਥਮ ਅਵਗਿਆ ਇਸ ਇਸਤਰੀ ਨੇ ਕੀਤੀ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਹਿਲ ਕੋਈ ਨਹੀਂ ਸੀ ਕੀਤੀ ਇਸ ਅੰਦਰ। ਹੁਣ ਨੂਰ ਸ਼ਾਹ ਜਾਦੂਗਰਨੀ ਜਦੋਂ ਉਹਨੇ ਸੁਣ ਲਿਆ ਵੀ ਇਸ ਇਸਤਰੀ ਪਾਸੋਂ ਹੀ ਇਹ ਭੁੱਲ ਅਵਗਿਆ ਹੋਈ ਸੀ। ਤੂਰਣ ਜਾਵਹੁ ਪੂਰਨ ਸੰਤ ਪੈ, ਚੂਰਨ ਤਾਂ ਚਰਣਾ ਬਲਿਹਾਰੀ। ਕਹਿੰਦੇ ਉਹਨੇ ਕਿਹਾ ਵੀ ਛੇਤੀ ਤੁਸੀਂ ਉਸ ਪੂਰਨ ਸੰਤ ਪੂਰਨ ਫਕੀਰ ਵਲੀ ਫਕੀਰ ਦੇ ਪਾਸ ਤੁਸੀਂ ਛੇਤੀ ਉੱਥੇ ਜਾ ਕੇ ਚਰਨਾਂ ਪਰ ਜਾ ਕੇ ਢਹਿ ਕੇ ਤੁਸੀਂ ਬੇਨਤੀ ਕਰੋ। ਮੈਂ ਅਪਰਾਧ ਕੀਓ ਇਹ ਸਾਧਕੋ, ਲੇਹੋ ਅਰਾਧ ਮਿਟੈ ਦੁਖ ਭਾਰੀ। ਔਰ ਜਾ ਕੇ ਬੇਨਤੀ ਕਰੋ ਕਿ ਮੈਥੋਂ ਵੱਡਾ ਅਪਰਾਧ, ਮੈਥੋਂ ਵੱਡੀ ਭੁੱਲਣਾ ਹੋਈ ਹੈ, ਮੈਥੋਂ ਵੱਡੀ ਗੁਸਤਾਖੀ ਹੋਈ ਹੈ। ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਇਹ ਬੇਨਤੀ ਕਰੋ। ਦੋਹਰਾ ਨੂਰ ਸ਼ਾਹ ਤਹਤੀ ਸੋ, ਔਰ ਅੰਗਨਾ ਪੁੰਜ। ਆਪ ਵੀ ਨੂਰ ਸ਼ਾਹ ਜਾਦੂਗਰਨੀ ਤੇ ਹੋਰ ਵੀ ਜਿਤਨੀਆਂ ਕੋਲ ਇਸਤਰੀਆਂ ਸਨ, ਗਈ ਤਹਾ ਮਿਲ ਕੈ ਸਬੈ, ਜਹਰਾ ਜਹ ਪਦ ਕੰਜ। ਔਰ ਉਸ ਥਾਂ ਤੇ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਵੱਡਾ ਸੁਖ ਦੇਣ ਵਾਲੇ ਸਤਿਗੁਰੂ ਜੀ ਜਿਸ ਥਾਂ ਤੇ ਬੈਠੇ ਹੋਏ ਸਨ, ਜਿਸ ਥਾਂ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸਾਥੀਆਂ ਸਮੇਤ ਸ਼ਸ਼ੋਭਤ ਸਨ। ਸੋਰਠਾ ਬੰਦਿਓ ਆਨੰਦ ਕੰਦ, ਚੰਦ ਬਦਨ ਬੈਸੀ ਨਿਕਟ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆਣ ਕਰਕੇ ਬੈਠ ਗਈ। ਤਿਨ ਕੋ ਦੇਖ ਮੁਕੰਦ, ਬੋਲੇ ਸਹੀ ਮਹਿ ਸ਼ਬਦ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਵੇਖ ਗਏ ਵੀ ਆਈਆਂ ਹਨ ਕੋਲ। ਮਹਾਰਾਜ ਜੀਆਂ ਨੇ ਭਾਈ ਮਰਦਾਨਾ ਸਾਹਿਬ ਜੀ ਨੂੰ ਕਿਹਾ, ਮਰਦਾਨਾ ਜੀ ਛੇੜੋ ਰਬਾਬ ਬਾਣੀ ਆਈ ਹੈ। ਭਾਈ ਮਰਦਾਨਾ ਸਾਹਿਬ ਜੀਆਂ ਨੇ ਰਬਾਬ ਦੀਆਂ ਤਾਰਾਂ ਕੱਸੀਆਂ ਔਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੂਹੀ ਰਾਗ ਦੇ ਅੰਦਰ ਮੁਬਾਰਕ ਸ਼ਬਦ ਉਚਾਰਨ ਕੀਤਾ ਬੈਠਿਆਂ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਨ ਲੱਗੇ। ਨਾਲ ਕੋਲ ਬੈਠੇ ਨੇ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ, ਉਹਨਾਂ ਨੇ ਬੜੀ ਮਧੁਰ ਆਵਾਜ਼ ਦੇ ਨਾਲ ਜੋ ਰਬਾਬ ਛੇੜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਬਾਣੀ ਮਹਾਰਾਜ ਜੀ ਉਚਾਰਨ ਕਰਨ ਲੱਗੇ। ਮਹਾਰਾਜ ਜੀਆਂ ਦੀ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਂ ਲਈ ਅਣੀਆਂ ਰਾਮ ਰਾਜੇ। ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਨਾਲ ਸਾਧ ਸੰਗਤ ਜੀਓ ਅਨੇਕਾਂ ਜੀਵ ਤਰ ਗਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਦੋਂ ਵੀ ਤਰੇ, ਅੱਜ ਵੀ ਉਸ ਪਾਵਨ ਪਵਿੱਤਰ ਬਾਣੀ ਦਾ ਪ੍ਰਭਾਵ ਉਤਨਾ ਹੀ ਹੈ, ਬਸ਼ਰਤ ਇਹ ਹੈ ਕੋਈ ਭਾਵਨਾ ਨਾਲ ਉਹਨਾਂ ਬੋਲਾਂ ਨੂੰ ਪੜ੍ਹੇ ਤਾਂ ਸਹੀ। ਉਹਨਾਂ ਬੋਲਾਂ ਨੂੰ ਪ੍ਰੇਮ ਸਹਿਤ ਮਾਲਕ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹੇ ਤਾਂ ਸਹੀ। ਜੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮਾਰਨ ਵਾਸਤੇ ਸੱਜਣ ਠੱਗ ਨੇ ਤਿੱਖੀਆਂ ਕਰਦਾਂ ਛੁਰੀਆਂ ਕਰ ਲਈਆਂ ਤੇ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਮਰਦਾਨਿਆ ਤੂੰ ਵੀ ਆਪਣੀਆਂ ਰਬਾਬ ਦੀਆਂ ਤਾਰਾਂ ਨੂੰ ਕੱਸ ਲੈ। ਉਹ ਤਾਂ ਮਾਰਨ ਵਾਸਤੇ ਕਰਦਾਂ ਛੁਰੀਆਂ ਉਹਨੇ ਤਿੱਖੀਆਂ ਕੀਤੀਆਂ ਸੱਜਣ ਨੇ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਸਾਹਿਬ ਕੋਲ ਬੈਠ ਕੇ, ਭਾਈ ਮਰਦਾਨਾ ਜੀ ਰਬਾਬ ਦੀਆਂ ਤਾਰਾਂ ਪਏ ਕੱਸਦੇ ਹਨ।
ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਨੇ, ਉੱਥੇ ਵੀ ਮਹਾਰਾਜ ਜੀਆਂ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਿਆ, ਉੱਜਲ ਕਹਿਹਾਂ ਚਿਲਕਨਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ 100 ਧੋਵਾਂ ਤਿਸ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗਿਆਨ ਤਿੱਥੈ ਖੜੈ ਦਿਸਨ। ਇੱਕੋ ਸ਼ਬਦ ਪੜਿਆ, ਕਈ ਵਰਿਆਂ ਦਾ ਜਾਂ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਸੱਜਣ ਦੀ ਮੈਲ ਬਾਬੇ ਨੇ ਇੱਕ ਸ਼ਬਦ ਵਿੱਚ ਉਤਾਰ ਕੇ ਰੱਖ ਦਿੱਤੀ। ਮਹਾਰਾਜ ਜੀਆਂ ਦੇ ਚਰਨੀ ਢਹਿ ਪਿਆ। ਤੇ ਗੁਰਮੁਖੋ ਇਤਿਹਾਸ ਵਿੱਚੋਂ ਪੜ੍ਹਨੇ ਹਾਂ, ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਸਿੱਖੀ ਦੀ ਪਹਿਲੀ ਧਰਮਸ਼ਾਲਾ ਹੀ ਸੱਜਣ ਦੀ ਸਰਾਂ ਬਣੀ ਸੀ। ਪਹਿਲੀ ਜਿਹੜੀ ਧਰਮਸ਼ਾਲਾ ਮਹਾਰਾਜ ਜੀਆਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤੁਲੰਬਾ ਜ਼ਿਲ੍ਹਾ ਮੁਲਤਾਨ ਦੇ ਅੰਦਰ ਜਿਹੜੀ ਸਥਾਪਿਤ ਕੀਤੀ ਧਰਮਸ਼ਾਲਾ, ਉਹ ਸੱਜਣ ਜਿਹਨੂੰ ਠੱਗ ਕਰਕੇ ਆਪਾਂ ਸੰਬੋਧਨ ਕਰਨੇ ਹਾਂ, ਉਹਦੀ ਸਰਾਂ ਪਹਿਲੀ ਸਿੱਖੀ ਦੀ ਧਰਮਸ਼ਾਲਾ ਮਹਾਰਾਜ ਜੀਆਂ ਨੇ ਉਹਦੀ ਸਰਾਂ ਬਣਾਈ ਸੀ। ਅੱਜ ਆਣ ਕੇ ਨੂਰ ਸ਼ਾਹ ਜਾਦੂਗਰਨੀ ਉਹ ਸਾਹਮਣੇ ਬੈਠੀ, ਉਹਦੀਆਂ ਹੋਰ ਵੀ ਨਾਲ ਜਿਤਨੀਆਂ ਨਾਲ ਇਸਤਰੀਆਂ ਹੋਰ ਵੀ ਆਣ ਕਰਕੇ ਉੱਥੇ ਬੈਠੀਆਂ। ਅੱਜ ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਜੀ ਛੇੜੋ ਸੂਹੀ ਰਾਗ ਦੀਆਂ ਤਾਰਾਂ। ਸਤਿਗੁਰੂ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਲੱਗੇ, ਸ਼੍ਰੀ ਮੁਖਵਾਕ ਸੂਹੀ ਮਹੱਲਾ ਪਹਿਲਾ, ਕੁਚੱਜੀ। ਰਾਗ ਸੂਹੀ ਹੈ ਔਰ ਸਾਧ ਸੰਗਤ ਜੀਓ, ਇਸ ਪਾਵਨ ਪਵਿੱਤਰ ਬਾਣੀ ਦਾ ਜੋ ਸਿਰਲੇਖ ਹੈ ਉਹ ਕੁਚੱਜੀ ਸਿਰਲੇਖ ਹੈ। ਕੁਚੱਜੀ ਜਿਹਨੂੰ ਜੀਵਨ ਦਾ ਚੱਜ ਨਾ ਹੋਵੇ, ਸੁਚੱਜੀ ਜਿਹਨੂੰ ਜੀਵਨ ਦਾ ਚੁੱਲ੍ਹੇ ਚੌਂਕੇ ਦਾ ਜਿਹਨੂੰ ਚੱਜ ਹੋਵੇ। ਜਿਹਨੂੰ ਜੀਵਨ ਦਾ ਚੱਜ ਹੋਵੇ ਉਹਨੂੰ ਸੁਚੱਜੀ ਕਹਿ ਦਿੱਤਾ ਜਾਂਦਾ ਹੈ। ਜਿਹਨੂੰ ਜੀਵਨ ਦਾ ਢੰਗ ਆਚਰਣ ਆਚਾਰ ਨਾ ਹੋਵੇ ਜਿਹਦੇ ਕੋਲ, ਉਹਨੂੰ ਕੁਚੱਜੀ ਕਿਹਾ ਗਿਆ। ਇੱਥੇ ਮਹਾਰਾਜ ਜੀਆਂ ਨੇ ਬਾਣੀ ਦਾ ਜੋ ਸਿਰਲੇਖ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਸਾਧ ਸੰਗਤ ਜੀਓ, ਉਹਦਾ ਜੋ ਸਿਰਲੇਖ ਉਹ ਕੁਚੱਜੀ ਸਿਰਲੇਖ ਹੇਠ ਮਹਾਰਾਜ ਜੀ ਬਾਣੀ ਪਏ ਉਚਾਰਨ ਕਰ ਰਹੇ ਹਨ। ਸਾਧ ਸੰਗਤ ਜੀਓ, ਇਸ ਪਾਵਨ ਪਵਿੱਤਰ ਸ਼ਬਦ ਕੱਲਾ ਉਸ ਨੂਰ ਸ਼ਾਹ ਜਾਦੂਗਰਨੀ ਵਾਸਤੇ ਨਹੀਂ, ਕੋਈ ਵੀ ਭਾਵਨਾ ਵਾਲਾ ਉਸ ਸ਼ਬਦ ਨੂੰ ਪੜ੍ਹੇ, ਜਿਹਨੂੰ ਜਾਪਦਾ ਹੈ ਵੀ ਮੇਰੇ ਕੋਲ ਜੀਵਨ ਦਾ ਚੱਜ ਨਹੀਂ, ਉਸ ਸ਼ਬਦ ਤੋਂ ਸੇਧ ਲੈ ਸਕਦਾ ਹੈ। ਜਿਹਨੂੰ ਜਾਪਦਾ ਹੈ ਕਿ ਇਹ ਸ਼ਬਦ ਤਾਂ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜੇ ਔਗਣ ਆਪ ਜੀਆਂ ਨੇ ਕਹੇ ਹਨ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਜਿਹੜੀਆਂ ਜਿਹੜੀਆਂ ਘਾਟਾਂ ਦਰਸਾਈਆਂ ਨੇ ਇੱਕ ਜੀਵਨ ਵਿੱਚ, ਮਹਾਰਾਜ ਇਹ ਘਾਟ ਤਾਂ ਮੇਰੇ ਜੀਵਨ ਵਿੱਚ ਵੀ ਹੈ। ਮਹਾਰਾਜ ਜੀ ਸ਼ਬਦ ਉਚਾਰਦੇ ਹਨ, ਮੰਜ ਕੁਚੱਜੀ ਅਮਾਵਣ ਡੋਸੜੇ, ਹੋ ਕਿਉ ਸਹੁਰਾਵਣ ਜਾਓ ਜੀਓ। ਮਾਲਕਾ ਮੰਜ ਕੁਚੱਜੀ ਅਮਾਵਣ ਡੋਸੜੇ, ਇਹ ਲਹਿੰਦੀ ਭਾਸ਼ਾ ਦੇ ਅੰਦਰ ਪਾਵਨ ਪਵਿੱਤਰ ਸ਼ਬਦ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ। ਅਮਾਵਨ ਡੋਸੜੇ, ਅਮਾਵਨ ਕਹਿੰਦੇ ਨੇ ਜਿਹੜੇ ਨਾ ਇੱਕ ਥਾਂ ਤੇ ਸਮਾਏ ਜਾਣ, ਡੋਸੜੇ ਡੋਸੜੇ ਕਹਿੰਦੇ ਨੇ ਦੋਸ਼। ਮਾਲਕਾ ਕੋਈ ਇੱਕ ਦੋ ਦੋਸ਼ ਹੋਣ ਤੇ ਬੰਦਾ ਗੱਲ ਕਰੇ, ਜਿਹੜੀ ਥਾਂ ਤੇ ਪਾਪਾਂ ਦਾ ਭਾਰ ਹੀ ਇੰਨਾ ਕੁ ਹੋ ਗਿਆ ਹੈ ਵੀ ਜਿਹੜੇ ਸਮਾਈ ਨਾ ਕਿਤੇ ਸਕਦੇ ਹੋਣ। ਮੰਜ ਕੁਚੱਜੀ ਅਮਾਵਨ ਡੋਸੜੇ, ਹਉ ਕਿਉਂ ਸੋ ਰਾਵਣ ਜਾਓ ਜੀਓ। ਮਾਲਕਾ ਮੈਂ ਕਿਵੇਂ ਤੇਰੇ ਦੁਆਰੇ ਤੇ ਤੈਨੂੰ ਰਾਵਣ ਵਾਸਤੇ ਜਾਵਾਂ, ਮੈਂ ਕਿਹੜਾ ਮੁੱਖ ਲੈ ਕੇ ਤੇਰੇ ਦੁਆਰੇ ਤੇ ਜਾਵਾਂ। ਜਿਵੇਂ ਮਹਾਰਾਜ ਜੀ ਪਾਵਨ ਪਵਿੱਤਰ ਇੱਕ ਬਚਨ ਉਚਾਰਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੈ ਅਰਦਾਸ। ਮਾਲਕਾ ਹੁਣ ਦੱਸ ਮੈਂ ਕਿਵੇਂ ਤੈਨੂੰ ਰਾਵਣ ਵਾਸਤੇ ਜਾਵਾਂ। ਇੱਕ ਦੋ ਇੱਕ ਚੜ੍ਹੰਦੀਆ, ਕੌਣ ਜਾਣੈ ਮੇਰਾ ਨਾਉ ਜੀਓ। ਦਾਤਾ ਤੇਰੇ ਘਰ ਦੇ ਅੰਦਰ ਜਿਹੜੇ ਭਾਵਨਾ ਵਾਲੇ ਸਿੱਖ ਹਨ, ਦਾਤਾ ਜਿਹੜੇ ਤੇਰੇ ਘਰ ਦੇ ਅੰਦਰ ਭਾਵਨਾ ਵਾਲੀਆਂ ਜੀਵ ਰੂਪੀ ਇਸਤਰੀਆਂ ਹਨ, ਇੱਕ ਤੋਂ ਇੱਕ ਚੜ੍ਹੰਦੀਆਂ, ਇੱਕ ਤੋਂ ਇੱਕ ਉੱਚੇ ਆਚਰਨ ਵਾਲੀਆਂ, ਇੱਕ ਤੋਂ ਇੱਕ ਵੱਧ ਕੇ ਗੁਰਸਿੱਖੀ ਮਾਰਗ ਵੱਲ ਤੁਰਨ ਵਾਲੀਆਂ ਜੀਵ ਰੂਪੀ ਇਸਤਰੀਆਂ ਤੇਰੇ ਦੁਆਰੇ ਤੇ ਹਨ। ਮੇਰੀ ਤਾਂ ਉਹਨਾਂ ਸਾਹਮਣੇ ਕੋਈ ਪਾਇਆ ਵੀ ਨਹੀਂ ਹੈ, ਮੇਰੀ ਤਾਂ ਉਹਨਾਂ ਸਾਹਮਣੇ ਕੋਈ ਗਿਣਤੀ ਨਹੀਂ ਹੈ। ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣਾ ਮੇਰਾ ਨਾਉ ਜੀਓ। ਮਾਲਕਾ ਮੇਰਾ ਉੱਥੇ ਨਾ ਕਿਨੇ ਪੁੱਛਣਾ ਹੈ।
ਮਾਲਕਾ ਉਹਨਾਂ ਸਾਹਮਣੇ ਮੈਂ ਕੀ ਹਾਂ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀਏ ਜਿਉ। ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਮਾਲਕ ਜੀ ਆਪ ਜੀਆਂ ਨੂੰ ਰਾਵਿਆ ਹੈ, ਉਹ ਤਾਂ ਇਸ ਪ੍ਰਕਾਰ ਸੁਖ ਉਹਨਾਂ ਨੂੰ ਮਿਲਿਆ ਜਿਵੇਂ ਜੇਠ ਹਾੜ ਦੀਆਂ ਧੁੱਪਾਂ ਦੇ ਅੰਦਰ ਅੰਬਾਂ ਦੀ ਠੰਡੀ ਛਾਂ ਦੇ ਅੰਦਰ ਕੋਈ ਹੇਠਾਂ ਬੰਦਾ ਬੈਠਾ ਹੋਵੇ। ਸੇ ਅੰਬੀ ਛਾਵੜੀਏ ਜੀਓ, ਅੰਬੀ ਛਾਵੜੀਏ ਅੰਬਾਂ ਦੀ ਜਿਹੜੀ ਮਿੱਠੀ ਠੰਡੀ ਛਾਂ ਹੋਵੇ, ਜਿਹੜਾ ਉਹ ਵੱਡਾ ਸਕੂਨ ਮਿਲਿਆ ਉਹਨਾਂ ਨੂੰ ਤਾਂ ਉਹ ਸੁਖ ਮਿਲਿਆ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀਏ ਜੀਓ, ਉਹ ਤਾਂ ਅੰਬਾਂ ਦੀ ਮਿੱਠੀ ਛਾਂ ਉਹਨਾਂ ਨੇ ਮਾਣੀ। ਸੇ ਗੁਣ ਮੰਜ ਨ ਆਵਨੀ ਹੋ ਕੈ ਜੀ ਦੋਸ ਧਰਿਓ ਜਿਉ। ਮਾਲਕਾ ਮੇਰੇ ਅੰਦਰ ਤਾਂ ਉਹ ਗੁਣ ਆਉਂਦੇ ਹੀ ਨਹੀਂ, ਦੱਸੋ ਭਾਈ ਮੈਂ ਕਿਹਨੂੰ ਇਹ ਦੋਸ਼ ਦੇਵਾਂ। ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਉ ਜਿਉ। ਮਾਲਕ ਜੀ ਮੈਂ ਆਪ ਜੀਆਂ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਕਿਆ ਗੁਣ ਤੇਰੇ ਵਿਥਰਾ, ਮਾਲਕ ਜੀ ਮੈਂ ਆਪ ਜੀਆਂ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਇਕ ਟੋਲ ਨ ਅੰਬੜਾ ਹੋ ਸਦ ਕੁਰਬਾਨ ਤੇਰਾ ਜਾਓ ਜਿਉ। ਮਾਲਕ ਜੀ ਮੈਂ ਆਪ ਜੀਆਂ ਤੋਂ ਵਾਰਨੇ ਜਾਵਾਂ ਬਲਿਹਾਰ ਜਾਵਾਂ, ਮੈਂ ਆਪ ਜੀਆਂ ਤੋਂ ਕੁਰਬਾਨ ਜਾਵਾਂ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਉ। ਹੁਣ ਵੇਖੋ ਕੁਚੱਜੀ ਕਿਉਂ ਹਾਂ, ਕਾਰਨ ਕੀ ਹੈ ਕੁਚੱਜੀ ਹੋਣ ਦਾ। ਜਿਸ ਪਤੀ ਪਰਮੇਸ਼ਰ ਨੇ ਵਸਤੂਆਂ ਦਿੱਤੀਆਂ, ਉਸੇ ਪਤੀ ਪਰਮੇਸ਼ਰ ਨੂੰ ਭੁੱਲ ਕੇ ਉਹਦੀਆਂ ਦਿੱਤੀਆਂ ਹੋਈਆਂ ਵਸਤੂਆਂ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਆਪਣੀ ਅੰਦਰ ਦੀ ਪ੍ਰੀਤ ਜੋੜ ਲਈ। ਕੁਚੱਜੀ ਹੋਣ ਦਾ ਕਾਰਨ ਕੀ ਹੈ। ਮਹਾਰਾਜ ਜੀ ਉਹ ਪਏ ਬਖਸ਼ਿਸ਼ ਕਰਦੇ ਹਨ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ। ਮਾਲਕ ਜੀ ਇਹ ਤੁਸਾਂ ਵਸਤੂਆਂ ਮੇਰੀ ਝੋਲੀ ਵਿੱਚ ਦਾਤਾਂ ਪਾਈਆਂ। ਸੇ ਵਸਤੂ ਸਹਿ ਦਿੱਤੀਆ ਮੈਂ ਤਿਨ ਸਿਉ ਲਾਇਆ ਚਿਤ ਜਿਉ। ਮਾਲਕ ਜੀ ਉਹ ਵਸਤੂਆਂ ਦਿੱਤੀਆਂ ਸੰਸਾਰ ਦੇ ਅੰਦਰ ਵਿਚਰਨ ਵਾਸਤੇ, ਪਰ ਮੈਂ ਤਾਂ ਉਹਨਾਂ ਨਾਲ ਚਿੱਤ ਹੀ ਜੋੜ ਕੇ ਬੈਠ ਗਿਆ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚਤੇਰਾ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਬਾਣੀ ਵਿੱਚੋਂ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਜਿਸ ਚਿੱਤਰਕਾਰ ਨੇ ਇਹ ਮੂਰਤ ਬਣਾਈ ਭਾਈ, ਮੂਰਤ ਨੂੰ ਨਾ ਵੇਖ, ਉਸ ਬਣਾਉਣ ਵਾਲੇ ਚਿੱਤਰਕਾਰ ਨੂੰ ਵੇਖ ਜਿਸ ਨੇ ਬਣਾਈ ਹੈ। ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ। ਤਜ ਚਿੱਤਰ ਹੈ ਚਿਤਰਾਖ ਚਤੇਰਾ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਮਾਲਕ ਜੀ ਮੈਂ ਤਾਂ ਉਹਨਾਂ ਨਾਲ ਹੀ ਚਿੱਤ ਜੋੜ ਲਿਆ ਹੈ, ਮੈਂ ਤਾਂ ਉਹਨਾਂ ਦਾਤਾਂ ਦੇ ਨਾਲ ਹੀ ਉਹਨਾਂ ਨੂੰ ਹੀ ਸਾਰਾ ਕੁਝ ਮੰਨ ਲਿਆ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਲਕ ਜੀ ਨੇ ਦਾਤਾਂ ਦਿੱਤੀਆਂ, ਕੋਠੀਆਂ ਦਿੱਤੀਆਂ, ਕਾਰਾਂ ਦਿੱਤੀਆਂ ਸੰਸਾਰ ਵਿੱਚ ਵਿਚਰਨ ਵਾਸਤੇ, ਪਰ ਦਾਤ ਪਿਆਰੀ ਵਿਸਰਿਆ ਦਾਤਾਰਾ। ਹੁਣ ਦਾਤ ਪਿਆਰੀ ਹੋ ਗਈ, ਜਿਹਦਾ ਉੱਠ ਕੇ ਸਵੇਰ ਵੇਲੇ ਸ਼ੁਕਰਾਨਾ ਕਰਨਾ ਸੀ ਉਹ ਵੀ ਘੜੀ ਖੁੰਝ ਗਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਦਾ ਸ਼ਾਮ ਦੇ ਵੇਲੇ ਬੈਠ ਕੇ 2 ਘੜੀਆਂ ਸ਼ੁਕਰਾਨਾ ਕਰਨਾ ਸੀ ਉਹਦਾ ਸ਼ੁਕਰਾਨਾ ਨਾ ਕੀਤਾ ਗਿਆ। ਦਾਤਾਂ ਵੱਡੀਆਂ ਹੋ ਗਈਆਂ, ਦੇਣ ਵਾਲਾ ਛੋਟਾ ਹੋ ਗਿਆ। ਤਾਂ ਮਹਾਰਾਜ ਕਹਿੰਦੇ ਭਾਈ ਉਹ ਕੁਚੱਜੀ ਹੈ। ਇਸੇ ਬਾਣੀ ਦੇ ਨਾ ਸਾਧ ਸੰਗਤ ਜੀਓ ਅਗਾਂ ਜੋ ਸ਼ਬਦ ਹਨ, ਨਾਲ ਹੀ ਸ਼ਬਦ ਸੁਚੱਜੀ ਸ਼ਬਦ ਵੀ ਹੈ। ਫਿਰ ਉਸ ਤੋਂ ਅਗਲਾ ਸ਼ਬਦ ਗੁਣਵੰਤੀ ਹੈ ਭਾਈ, ਜਿਹਦੇ ਕੋਲ ਕੋਈ ਜੀਵਨ ਦਾ ਗੁਣ ਮਹਾਰਾਜ ਜੀਆਂ ਨੇ ਬਖਸ਼ ਦਿੱਤਾ। 3 ਇਹ ਸ਼ਬਦ 3 ਸਿਰ ਇੱਕੋ ਸਿਰਲੇਖ ਦੇ ਹੇਠ, ਪਹਿਲਾਂ ਕੁਚੱਜੀ, ਸੁਚੱਜੀ ਤੇ ਗੁਣਵੰਤੀ। ਮਹਾਰਾਜ ਜੀਆਂ ਨੇ ਇੱਕ ਲੜੀ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਰੱਖੇ ਹਨ। ਕੁਚੱਜੀ ਦਾ ਕਾਰਨ ਮਹਾਰਾਜ ਜੀ ਬਿਆਨ ਪਏ ਕਰਦੇ ਹਨ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਮਾਲਕ ਜੀ ਮੈਂ ਉਹਨਾਂ ਸੰਗ ਹੀ ਆਪਣੇ ਅੰਦਰ ਚਿੱਤ ਨੂੰ ਜੋੜਿਆ ਹੈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ। ਮੰਦਰ ਮਿੱਟੀ ਸੰਦੜੇ ਮਾਲਕ ਜੀ ਆ ਜੋ ਕੋਠੀਆਂ ਦਿੱਤੀਆਂ, ਇਮਾਰਤਾਂ ਬਖਸ਼ਿਸ਼ ਕੀਤੀਆਂ, ਘਰ ਬਖਸ਼ਿਸ਼ ਕੀਤੇ,
ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ, ਮੈਂ ਇਹਨਾਂ ਨੂੰ ਹੀ ਸਾਰਾ ਕੁਝ ਸਮਝ ਲਿਆ। ਹੋ ਐਨੀ ਟੋਲੀ ਭੁੱਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ। ਬਸ ਇਹਨਾਂ ਦਾਤਾਂ ਦੇ ਨਾਲ ਹੀ ਜੁੜ ਕਰਕੇ ਹਾਂ ਇੰਨੀ ਟੋਲੀ ਭੁੱਲੀਅਸ ਭੁੱਲ ਗਈ, ਤਿਸ ਕੰਤ ਨਾ ਬੈਠੀ ਪਾਸ ਜੀਓ, ਮੈਂ ਉਸ ਕੰਤ ਦੇ ਕੋਲ ਤਾਂ ਸੇਵਾ ਵਿੱਚ ਬੈਠੀ ਨਹੀਂ, ਤਾਂ ਹੈ ਕੁਛ ਅਜੀ ਤਿਸ ਕੰਤ ਨਾ ਬੈਠੀ ਪਾਸ ਜੀਓ। ਵਸਤੂਆਂ ਤਾਂ ਹੈਨ, ਵਸਤੂਆਂ ਦੀ ਮੰਗ ਤਾਂ ਰੋਜ਼ ਕੰਤ ਸੁਆਮੀ ਕੋਲੋਂ ਕੀਤੀ ਹੈ, ਪਰ ਜਦੋਂ ਕੰਤ ਦੀ ਸੇਵਾ ਦੀ ਗੱਲ ਆਈ ਮੋਢਾ ਮਾਰ ਦਿੱਤਾ। ਮਹਾਰਾਜ ਕਹਿੰਦੇ ਬੱਲੇ ਤੂੰ ਅੱਛਾ ਸੇਵਾਦਾਰ ਹੈ, ਚਾਕਰ ਲੱਗਾ ਚਾਕਰੀ ਨਾਲੇ ਗਾਰਬਵਾਦ। ਚੰਗਾ ਤੂੰ ਚਾਕਰ ਬਣਿਆ ਹੈ, ਚੰਗਾ ਤੂੰ ਨੌਕਰ ਬਣਿਆ ਹੈ, ਚੰਗਾ ਤੂੰ ਸੇਵਾਦਾਰ ਬਣਿਆ ਹੈ। ਇੱਕ ਪਾਸੇ ਕਹਿਣਾ ਹੈ ਮੈਂ ਸੇਵਾਦਾਰ ਹਾਂ, ਨੌਕਰ ਹਾਂ, ਚਾਕਰ ਹਾਂ, ਮਾਲਕ ਜੀ ਆਪ ਜੀਆਂ ਦੇ ਘਰ ਦਾ ਚਾਕਰ ਲੱਗਾ ਚਾਕਰੀ ਨਾਲੇ ਗਾਰਬਵਾਦ। ਨਾਲੇ ਹੀ ਤੂੰ ਸਾਹਮਣੇ ਸਤਿਗੁਰੂ ਜੀਆਂ ਦੇ ਸਨਮੁਖ ਖਲੋ ਕੇ ਤੂੰ ਮੋਢਾ ਮਾਰ ਦੇਣਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਚਾਕਰ ਕਈਆ ਖਸਮ ਕਾ ਸਹੁਐ ਉੱਤਰ ਦੇ, ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵਡਿਆਈ ਨਹੀਂ ਹੋ ਮਿਲਦੀ। ਹਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਮੈਂ ਕੰਤ ਕੋਲ ਨਹੀਂ ਬੈਠੀ। ਅੰਬਰ ਕੂੰਜਾ ਕੁਰ ਲਿਆ ਬਗ ਬੈਠੇ ਆਏ ਜੀਓ। ਕਹਿੰਦੇ ਹੁਣ ਕੇਸਾਂ ਦਾ ਰੰਗ ਵੀ ਬਦਲ ਗਿਆ, ਬੱਗ ਬੈਠੇ ਆਏ ਜੀਓ। ਬਗਲੇ ਭਾਵ ਚਿੱਟੇ ਜਿਹੜੇ ਕੇਸ ਸਨ, ਹੁਣ ਉਹ ਨਿਸ਼ਾਨੀ ਆ ਗਏ ਵੀ ਚਲੋ ਹੁਣ ਸੰਸਾਰ ਤੋਂ ਚਾਲਾ ਮਾਰਨ ਦਾ ਹੁਣ ਫਸਲ ਪੱਕ ਰਹੀ ਹੈ ਭਾਈ, ਹੁਣ ਅਗਾਂਹ ਨੂੰ ਤੁਰਨਾ ਹੈ। ਸਾਧਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਹੁਣ ਸਾਤਨ ਚੱਲੀ ਸਹੁਰੈ। ਕਦੇ ਬਾਬਾ ਕਬੀਰ ਸਾਹਿਬ ਜੀਆਂ ਦੇ ਗੌੜੀ ਰਾਗ ਦੇ ਪਾਵਨ ਪਵਿੱਤਰ ਸ਼ਬਦ, ਜਿਵੇਂ ਉਹਨਾਂ ਦਾ ਪਾਵਨ ਪਵਿੱਤਰ ਸ਼ਬਦ ਆਉਂਦਾ ਹੈ ਇਸੇ ਪ੍ਰਕਰਨ ਤੇ, ਸਾਤਨ ਚੱਲੀ ਸਹੁਰੈ ਕਹੋ ਡੱਡੀਆ ਵਾਧਾ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਕਹੋ ਡੱਡੀਆ ਵਾਧਾ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਕਹਿੰਦੇ ਬਾਹਰ ਆਣ ਕੇ ਮੁਕਲਾਵਾ ਲੈਣ ਵਾਸਤੇ ਸਹੁਰੇ ਘਰ ਤੋਂ ਆਏ ਹੋਏ ਹਨ, ਤੇ ਤੂੰ ਅਜੇ ਲੱਕ ਚਾਦਰਾ ਬੰਨ ਕੇ ਖਲੋਤੀ ਹੈ, ਭਾਵ ਤੂੰ ਤਿਆਰੀ ਨਹੀਂ ਕੀਤੀ। ਕਹੋ ਡੱਡੀਆ ਵਾਧਾ ਧਨ ਖੜੀ, ਤੂੰ ਤਾਂ ਅਜੇ ਲੱਕ ਚਾਦਰਾ ਬੰਨ ਕੇ ਖਲੋਤੀ ਹੈ। ਆ ਇਹਨਾਂ ਵੱਖ ਬਾਹਰ ਜੋ ਸਟੇਟਾਂ ਅੰਦਰ, ਯੂਪੀ ਬਿਹਾਰ ਦੇ ਅੰਦਰ, ਜੋ ਉਹਨਾਂ ਦੀ ਵੇਸ਼ ਭੂਸ਼ਾ ਦੀ ਗੱਲ ਬਾਬਾ ਕਬੀਰ ਸਾਹਿਬ ਜੀ ਨੇ ਕੀਤੀ। ਕਹੋ ਡੱਡੀਆ ਵਾਧਾ ਧਨ ਖੜੀ, ਕਹਿੰਦੇ ਤੂੰ ਅਜੇ ਵਿਆਹ ਵਾਲੇ ਕੱਪੜੇ ਪਾਏ ਨਹੀਂ, ਜਾਣਾ ਨਹੀਂ। ਸਾਤਨ ਚੱਲੀ ਸਹੁਰੈ ਹਾਂ ਕਿਉਂ ਕਿਆ ਮੂੰਹ ਦੇਸਾਂ, ਕੀ ਉੱਥੇ ਜਾ ਕੇ ਮੈਂ ਮੂੰਹ ਵਿਖਾਲਾਂਗੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੂੰ ਸੁੱਤਿਆਂ ਉਮਰ ਵੰਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ, ਕੀ ਕਰਸੈ ਦਾਜ ਤਿਆਰ ਨਹੀਂ, ਉੱਠ ਜਾਗ ਘਰਾੜੇ ਮਾਰ ਨਹੀਂ। ਤੂੰ ਨਾ ਘਰਾੜੇ, ਤੂੰ ਸੁੱਤਾ ਹੈ ਗਾਫਲ ਦੀ ਨੀਂਦ, ਤੂੰ ਨਹੀਂ ਦਾਜ ਤਿਆਰ ਕੀਤਾ। ਹਾਂ ਇਸ ਘਰ ਦੇ ਅੰਦਰ, ਪੇਕੇ ਘਰ ਦੇ ਅੰਦਰ ਤਾਂ ਚਲੋ ਕੋਈ ਗਲਤੀ ਹੋ ਜਾਏ ਪਿਓ ਝਿੜਕ ਦੇਗਾ, ਪੇਕੇ ਘਰ ਦੇ ਅੰਦਰ ਕੋਈ ਗਲਤੀ ਹੋ ਜਾਏ ਮਾਂ ਉਸ ਥਾਂ ਤੇ ਕੰਮ ਕਰ ਦੇਗੀ। ਪਰ ਮਹਾਰਾਜ ਕਹਿੰਦੇ ਸਹੁਰੇ ਘਰ ਦੇ ਅੰਦਰ ਗੁਣਾਂ ਦੀ ਕੀਮਤ ਪੈਂਦੀ ਹੈ, ਸਹੁਰੇ ਘਰ ਦੇ ਅੰਦਰ ਗੁਣਾਂ ਦੀ ਕੀਮਤ ਹੈ। ਹੁਣ ਤੂੰ ਦੱਸ ਤੇਰੇ ਕੋਲ ਕਿਹੜੇ ਗੁਣ ਹਨ, ਤੇਰੇ ਕੋਲ ਕਿਹੜੇ ਗੁਣ ਹਨ। ਇੱਥੇ ਤਾਂ ਚਲੋ ਸੰਸਾਰ ਅੰਦਰ ਵਿਚਰ ਰਿਹਾ ਹੈ, ਅਗਾ ਜਾ ਕੇ ਕੀ ਮੂੰਹ ਵਿਖਾਏਗਾ। ਇਹ ਸਤਿਗੁਰੂ ਮਹਾਰਾਜ ਸਾਧ ਸੰਗਤ ਜੀਓ ਸਾਨੂੰ ਸਭਨਾਂ ਨੂੰ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਏ ਬਖਸ਼ਿਸ਼ ਕਰ ਰਹੇ ਹਨ। ਤੂੰ ਅਜੇ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ, ਅਜੇ ਤੂੰ ਇਸ ਪਾਸੇ ਤਿਆਰ ਹੀ ਨਹੀਂ ਹੋਇਆ ਵੀ ਮੈਂ ਵੀ ਜਾਵਾਂਗਾ। ਸਤਿਗੁਰੂ ਜੀ ਬੜੇ ਪ੍ਰੇਮ ਦੇ ਨਾਲ ਕਿਸੇ ਇੱਕ ਰੁੱਖ ਦੀ ਹੇਠਾਂ ਛਾਏ ਬੈਠ ਕੇ, ਕੋਲ ਭਾਈ ਮਰਦਾਨਾ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਬੈਠੇ ਹਨ, ਰਬਾਬ ਦੀਆਂ ਤਾਰਾਂ ਭਾਈ ਮਰਦਾਨਾ ਸਾਹਿਬ ਜੀ ਛੇੜ ਰਹੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਗਾਇਨ ਪਏ ਕਰ ਰਹੇ ਹਨ।
ਕਹਿੰਦੇ ਭਾਈ ਅਗਾਂ ਕੀ ਮੂੰਹ ਵਿਖਾਲੇਗਾ। ਸੁਤੀ ਸੁਤੀ ਝਾਲ ਥੀਆ ਭੂਲੀ ਵਾਟੜੀ ਆਸ ਜੀਓ। ਸੁੱਤਿਆਂ ਉਮਰ ਵਜਾ ਦਿੱਤੀ ਭੁੱਲੀ ਵਾਟੜੀ ਆਸ ਜੀਓ। ਪੰਥ ਭੁੱਲ ਗਿਆ, ਰਸਤਾ ਭੁੱਲ ਗਿਆ। ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਣ, ਸਿਰ ਉਪਰ ਮਰਨਾ। ਦੂਰ ਗਵਣ ਜਾਣਾ ਦੂਰ ਸੀ, ਮੌਤ ਜਿਹੜੀ ਸੀ ਉਹ ਸਿਰ ਤੇ ਖਲੋਤੀ। ਭੁੱਲੀ ਭੁੱਲੀ ਵਾਟੜੀ ਆਸ, ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ। ਸੁੱਤਿਆਂ ਭੁੱਲ ਗਿਆ ਤੇ ਜਿਹੜਾ ਰਸਤਾ ਸੀ ਉਹ ਰਸਤੇ ਦੇ ਉੱਪਰ ਨਹੀਂ ਪਿਆ। ਤੈ ਸਹਿ ਨਾ ਲਹੁ ਮੋਤੀ ਅਸ ਦੁੱਖਾਂ ਕੋ ਤਰੀ ਆਸ ਜੀਓ। ਇਹ ਮੇਰੇ ਮਾਲਕ ਜੀ ਤੇਰੇ ਨਾਲੋਂ ਟੁੱਟ ਕੇ ਫਿਰ ਹੁਣ ਦੁੱਖ ਹੀ ਦੁੱਖ ਆਏ ਨਾ ਕੋਲ। ਹੁਣ ਮਾਲਕ ਸੱਚੇ ਪਾਤਸ਼ਾਹ ਹੁਣ ਤੇਰੇ ਨਾਲੋਂ ਟੁੱਟ ਕੇ ਦੁੱਖਾਂ ਨੇ ਹੀ ਡੇਰਾ ਪਾ ਲਿਆ। ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ। ਮੇਰੇ ਮਾਲਕ ਜੀ ਤੁਧ ਗੁਣ ਮੈਂ ਸਭ ਅਵਗਣਾ, ਆਪ ਜੀਆਂ ਅੰਦਰ ਸਾਰੇ ਗੁਣ ਹਨ, ਮੇਰੇ ਅੰਦਰ ਸਾਰੇ ਅਵਗਣ ਹਨ। ਆਰੰਭੀ ਮਹਾਰਾਜ ਜੀਆਂ ਨੇ ਇਥੋਂ ਕੀਤਾ ਅੰਮਾਵਨ ਡੋਸੜੇ ਇੰਨੇ ਕੁ ਦੋਸ਼ ਜਿਹੜੇ ਉਂਗਲਾਂ ਦੀਆਂ ਪੋਟਿਆਂ ਤੇ ਗਿਣੇ ਹੀ ਨਾ ਜਾਣ। ਤੁਧ ਗੁਣ ਮੈਂ ਸਭ ਅਵਗਣਾ, ਮਾਲਕ ਜੀ ਆਪ ਜੀਆਂ ਅੰਦਰ ਗੁਣ ਤੇ ਮੇਰੇ ਅੰਦਰ ਤਾਂ ਅਵਗਣ ਭਰੇ ਹੋਏ ਹਨ। ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਸਤਿਗੁਰੂ ਜੀ ਆਪ ਜੀਆਂ ਦੇ ਨਾਮ ਰੰਗ ਦੇ ਅੰਦਰ ਰੱਤੇ ਹੋਏ ਗੁਰਮੁਖਾਂ ਦੀਆਂ ਸੁਹਾਵੀਆਂ ਰਾਤਾਂ ਹਨ, ਤੇ ਦੱਸ ਮਾਲਕਾ ਮੇਰੀ ਦੁਹਾਗਣ ਦੀ ਕਿਹੜੀ ਰਾਤ ਹੈ। ਭਾਵ ਮੈਨੂੰ ਵੀ ਸਮਾਂ ਬਖਸ਼ਿਸ਼ ਕਰੋ, ਮੈਂ ਆਪ ਜੀਆਂ ਦੇ ਨਾਮ ਰੰਗ ਵਿੱਚ ਜੁੜ ਸਕਾਂ। ਕਬਿਤ ਨੂਰ ਸ਼ਾਹੇ ਸੁਨ ਨਿਜ ਸੀਸ ਤੁਨ ਭਨਿਓ ਪੁਨ। ਨੂਰ ਸ਼ਾਹ ਜਾਦੂਗਰਨੀ ਨੇ ਜਦੋਂ ਹੁਣ ਸਤਿਗੁਰੂ ਜੀ ਬੈਠੇ ਵਜਦ ਦੇ ਵਿੱਚ ਆਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਪਏ ਗਾ ਰਹੇ ਨੇ। ਹੁਣ ਜਿਵੇਂ ਕੋਈ ਸਾਹਮਣੇ ਸੱਪ ਆਪਣੀ ਵਿਸ ਦੇ ਨਾਲ ਘੁਲਦਾ ਹੈ, ਨੂਰ ਸ਼ਾਹ ਜਾਦੂਗਰਨੀ ਬੈਠੀ ਬੈਠੀ ਸਿਰ ਹਿਲਾਉਣ ਲੱਗੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ। ਹੁਣ ਜਿਹੜੇ ਜਿਹੜੇ ਉਹਦੇ ਟੂਣੇ ਟਮੰਤਰ ਮਹਾਰਾਜ ਜੀਆਂ ਦੇ ਸ਼ਬਦਾਂ ਸਾਵੇਂ ਸਾਰੇ ਖਾਲੀ ਚਲੇ ਗਏ, ਫੇਲ ਹੋ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਵੇਂ ਬੈਠੀ ਸਿਰ ਹਿਲਾਉਣ ਲੱਗੀ। ਜਾਨ ਮਨ ਮਾਹੀ ਇਹ ਚੇਟ ਕੀ ਫਕੀਰ ਹੈ। ਸਮਝ ਗਈ ਕਿ ਇਹ ਕੋਈ ਆਮ ਫਕੀਰ ਨਹੀਂ ਹੈ। ਮੰਤਰ ਕੋ ਅਲਾਵਤ ਸੁਨਾਵਤ ਛਲਤ ਮੋਹੇ। ਇਹ ਕੋਈ ਮੰਤਰ ਸੁਣਾ ਕਰਕੇ ਮੈਨੂੰ ਛਲਣਾ ਚਾਹੁੰਦੇ ਹਨ। ਹੋ ਨਾ ਪਤੇ ਆਵੋ ਇਹ ਗਾਡੋਈ ਅਪੀਰ ਹੈ। ਇਹ ਗਾਡੋਈ ਅਪੀਰ ਭਾਵ ਬੜਾ ਹੀ ਕੋਈ ਗੰਭੀਰ ਫਕੀਰ ਹੈ। ਪੜੇ ਨਿਜ ਮੰਤਰ ਅਨੇਕ ਲਿਖ ਜੰਤਰਨ। ਫਿਰ ਉਹਨੇ ਵੀ ਹੋਰ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ। ਕਰਤ ਬਹੁ ਤੰਤਰਨ ਕੋ ਜਾਨ ਇਹ ਗਹੀਰ ਹੈ। ਹੋਰ ਵੀ ਉਹਨੇ ਤੰਤਰ ਮੰਤਰ ਜੰਤਰ ਹੋਰ ਵੀ ਕੀਤੇ, ਇਹ ਜਾਣ ਕੇ ਕਿ ਸਤਿਗੁਰੂ ਮਹਾਰਾਜ ਜੀ ਕੋਈ ਗੈਰ ਗੰਭੀਰ ਹਨ। ਬਸ ਨਹਿ ਚਲਿਓ ਕਉ ਹਾਰੀ ਸਭ ਬਿਦ ਸੋ। ਜਦੋਂ ਫਿਰ ਸਾਰੇ ਪਾਸਿਓਂ ਹਾਰ ਗਈ, ਜਦੋਂ ਸਾਰੇ ਪਾਸਿਓਂ ਕੋਈ ਵੀ ਇਹਦੇ ਟੂਣੇ ਟਮੰਤਰ ਕਾਮਯਾਬ ਨਾ ਹੋਏ, ਜਦੋਂ ਹਾਰੀ ਹੈ। ਲਖਿਓ ਰੇ ਦੇ ਮਾਹੇ ਤਬ ਪੀਰਨ ਕੋ ਪੀਰ ਹੈ। ਕਹਿੰਦੇ ਫਿਰ ਇਹਨੇ ਸਮਝ ਲਿਆ ਕੋਈ ਇਹ ਤਾਂ ਕੋਈ ਪੀਰਾਂ ਦੇ ਵੀ ਵੱਡੇ ਪੀਰ ਹਨ। ਫਿਰ ਇਹਨੇ ਸਮਝ ਲਿਆ ਕਿ ਇਹ ਕੋਈ ਆਮ ਨਹੀਂ, ਇਹ ਤਾਂ ਬੜੇ ਕੋਈ ਧਨੰਤਰ ਮਾਲਕ ਪੀਰ ਹਨ ਜੋ ਅੱਜ ਮੇਰੇ ਸਾਵੇਂ ਇਸ ਥਾਂ ਸਾਡੇ ਦੇਸ਼ ਵਿੱਚ ਪਹੁੰਚੇ ਹਨ। ਸਵਈਆ ਨਾਗਨੀ ਜੋ ਬੇਨਤਾ ਸੁਤ ਕੋ ਡਰ ਪਾਵਤ ਆਪਨ ਜੋਰ ਦਿਖਾਵੇ। ਕਹਿੰਦੇ ਜਿਸ ਤਰ੍ਹਾਂ ਇੱਕ ਸੱਪ ਗਰੁੜ ਦੇ ਸਾਵੇਂ, ਕਹਿੰਦੇ ਉਹ ਸਾਵੇਂ ਹੋ ਕਰਕੇ ਜਿਵੇਂ ਉਹਦੇ ਉੱਪਰ ਗਰੁੜ ਉੱਪਰ ਉਹਦਾ ਕੋਈ ਵਸ ਨਹੀਂ ਚੱਲਦਾ, ਜਿਵੇਂ ਉਹਦੇ ਸਾਹਮਣੇ ਉਹ ਡਰਦੀ ਹੈ, ਤਿਉ ਗੁਰ ਸਾਮੋਹੇ ਮੰਤਰਨ ਕੋ ਪੜ ਪਾਵਨ ਸੋ ਹਿਰਦਾ ਬਿਰਮਾਵੇ। ਇਸ ਪ੍ਰਕਾਰ ਉਹ ਆਪਣੇ ਕੋਲ ਬੈਠੀ ਹੋਈ ਹੋਰ ਮੰਤਰ ਤੰਤਰ ਪੜ ਕੇ ਮਹਾਰਾਜ ਜੀਆਂ ਦਾ ਹਿਰਦਾ ਭਰਮਾਉਣ ਦਾ ਯਤਨ ਕੀਤਾ। ਹਾਰ ਕੈ ਜਾਣਤ ਪੀ ਇਹ ਪੂਰਨ ਤੁਰਨ ਦਿਨ ਪਈ ਕਿ ਗਿਆ ਵੈ। ਹੁਣ ਆਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ। ਹਾਰ ਕੇ ਜਾਣ ਗਈ ਕਿ ਇਹ ਸਤਿਗੁਰੂ ਮਹਾਰਾਜ ਜੀ ਪੂਰਨ ਹਨ, ਪੂਰਨ ਸੰਤ ਹਨ।
ਭੇਵ ਤੁਮਾਰ ਨ ਜਾਣ ਸਕੀ ਹਮ ਕੀਨ ਖਤਾਇਬ ਸੋ ਬਖਸ਼ਾਵੈ। ਹੇ ਮਾਲਕ ਜੀ, ਹੁਣ ਤੁਸੀਂ ਰਹਿਮਤ ਕਰੋ, ਕਿਰਪਾਲਤਾ ਕਰੋ, ਸਾਡੀ ਤੁਸੀਂ ਗਲਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਖਸ਼ ਦਵੋ, ਬਖਸ਼ ਦਵੋ ਜੋ ਸਾਥੋਂ ਇਹ ਵੱਡੀ ਭੁੱਲਣਾ ਹੋਈ ਹੈ। ਮੰਦ ਮਤੀ ਤੁਮਰਾ ਇਨ ਮਾਨਵ ਮੰਤਰਨ ਕੇ ਜਿਨ ਬੀਚ ਫਸਾਇਓ। ਇਸ ਮੰਦਮਤੀ ਨੇ ਤੁਹਾਡੇ ਇਸ ਮਾਨਵ ਨੂੰ, ਇਸ਼ਾਰਾ ਭਾਈ ਮਰਦਾਨਾ ਸਾਹਿਬ ਜੀ ਵੱਲ ਕਹਿੰਦੇ, ਉਹਨੂੰ ਇਹਨੇ ਮੰਤਰਾਂ ਵਿੱਚ ਫਸਾਇਆ ਸੀ। ਕੁੰਭ ਨਿਵਾਰ ਹੋਇਆ ਸਿਰ ਤੇ ਅਬ ਦੀਨ ਪਈ ਮਨ ਤੇ ਦੁਖ ਪਾਇਓ। ਮਹਾਰਾਜ ਹੁਣ ਇਹ ਬੜੀ ਦੁਖੀ ਹੋਈ ਹੈ, ਇਹਦੇ ਸਿਰ ਤੋਂ ਜੋ ਕੜਾ ਹੈ ਕੁੰਭ ਮਹਾਰਾਜ ਇਹ ਉਤਾਰ ਦਵੋ। ਨਾ ਕਰ ਹੈ ਅਵਹੇਲਨ ਸੰਤਨ ਪਾਵੈ ਹੈ ਆਨ ਜੀਤੀ ਹਮ ਥਾਇਓ। ਮਹਾਰਾਜ ਸਾਰੀ ਸ੍ਰਿਸ਼ਟੀ ਸਾਰੀ ਜਗ੍ਹਾ ਤੁਹਾਡੀ ਹੈ, ਜਿੱਥੇ ਚਿੱਤ ਕਰੇ ਮਹਾਰਾਜ ਤੁਸੀਂ ਜਾਓ। ਹੁਣ ਅੱਜ ਤੋਂ ਬਾਅਦ ਅਸੀਂ ਆਏ ਹੋਏ ਸੰਤਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਕੋਈ ਵੀ ਮੰਤਰ ਤੰਤਰਾਂ ਦੇ ਨਾਲ ਅਸੀਂ ਉਹਨਾਂ ਨੂੰ ਨਹੀਂ ਭਰਮਾਵਾਂਗੀਆਂ। ਹੋ ਸਿਰ ਮੋਰ ਆਪੈ ਸਭ ਠੌਰ ਸਮਾਨ ਨ ਔਰ ਤੂੰ ਹੀ ਗਤ ਦਾਇਓ। ਮਹਾਰਾਜ ਤੁਸੀਂ ਸਿਰਮੋਰ ਹੋ, ਸਾਰਿਆਂ ਵਿੱਚ ਸ਼੍ਰੋਮਣ ਹੋ, ਸਮਾਨ ਨਾ ਔਰ ਤੁਹੀਂ ਗਤ ਦਾਇਓ, ਆਪ ਜੈਸਾ ਕੋਈ ਹੋਰ ਦੂਸਰਾ ਨਹੀਂ। ਯੋ ਸੁਨ ਕਹਿ ਤਿਨ ਕੀ ਬੇਨਤੀ ਪੁਨ ਸ਼੍ਰੀ ਗੁਰ ਆਨਨ ਬੈਨ ਅਲਾਇਓ। ਜਦੋਂ ਮਹਾਰਾਜੀਆਂ ਨੇ ਤੱਕਿਆ ਉਹਨਾਂ ਦੇ ਬੇਨਤੀ ਨੂੰ, ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਨੇ ਸੁਣਿਆ, ਸੁਣ ਕਰਕੇ ਵਾਹਿਗੁਰੂ ਕਹਿ ਲਿਓ ਉਤਾਰਿਓ ਠੀਦਤ ਕਾਲਕ ਬਲ ਹਿਲਾਇਓ। ਜਦੋਂ ਉਹਨਾਂ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀਓ ਬੇਨਤੀ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਆਪਣੀ ਰਸਨਾ ਤੋਂ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਇਸ ਪ੍ਰਕਾਰ ਕਿਹਾ, ਕਹਿੰਦੇ ਭਾਈ ਆਪਣੀ ਰਸਨਾ ਤੋਂ ਵਾਹਿਗੁਰੂ ਉਚਾਰੋ। ਨਾਮ ਉਚਾਰਤ ਹੀ ਉਤਰਾ ਘਟ ਤੀ ਚੰਬ ਸਬੈ ਉਰ ਪਾਇਓ। ਔਰ ਉਹਨਾਂ ਆਪਣੀ ਰਸਨਾ ਤੋਂ ਇਸ ਪ੍ਰਕਾਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਕਿਹਾ। ਔਰ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਆਪਣਾ ਇਹ ਕੜਾ ਉਤਾਰ ਲਵੋ। ਉਹਨਾਂ ਇਸ ਪ੍ਰਕਾਰ ਆਪਣਾ ਕੜਾ ਉਤਾਰਿਆ। ਅਗਨ ਉਪਾਇਨ ਪੁਰ ਤਰੇ ਮੁਕਤਾ ਸਭ ਹੀਰ ਤੇ ਚੀਰ ਮੰਗਾਇਓ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਭੇਟਾਵਾਂ ਦੇਣ ਵਾਸਤੇ ਉਹਨੇ ਕੋਈ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ, ਕੋਈ ਰਤਨ, ਕੋਈ ਹੀਰੇ ਜਵਾਹਰਾਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਭੇਟ ਕੀਤੀਆਂ। ਦੋਹਰਾ ਬਖਸ਼ ਹੋ ਲੀਜੈ ਭੇਟ ਕੋ ਪੂਰਨ ਪੁਰਖ ਕਿਰਪਾਲ। हे ਮਹਾਰਾਜ ਸਾਨੂੰ ਤੁਸੀਂ ਬਖਸ਼ ਲਓ, ਇਹ ਭੇਟਾਵਾਂ ਤੁਸੀਂ ਸਵੀਕਾਰ ਕਰੋ। ਇਹ ਬਿਦ ਤਿਨ ਕੋ ਦੇਖ ਕੇ ਬੋਲੇ ਬਚਨ ਰਸਾਲ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵੱਲੇ ਵੇਖ ਕਰਕੇ ਸਤਿਗੁਰੂ ਜੀ ਫਿਰ ਬਚਨ ਉਚਾਰਦੇ ਹਨ। ਸ਼੍ਰੀ ਮੁਖ ਵਾਕ ਗੱਲੀ ਅਸੀਂ ਚੰਗੀਆ ਆਚਾਰੀ ਬੁਰਿਆ। ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਗੱਲਾਂ ਨਾਲ ਹੀ ਚੰਗੇ ਹਾਂ। ਇਕਬਾਲ ਬੜਾ ਉਪਦੇਸ਼ਕ ਹੈ, ਬਾਤੋਂ ਸੇ ਮਨ ਮੋਹ लेता ਹੈ। गुफ्तार का गाजी बन तो गया, किरदार का गाजी बन ना सका। ਗੱਲੀ ਅਸੀਂ ਚੰਗੀਆਂ ਕੇਵਲ ਮੌਖਿਕ ਰੂਪ ਦੇ ਨਾਲ ਹੀ, ਜ਼ਬਾਨੀ ਕਲਾਮੀ ਅਸੀਂ ਚੰਗੀਆਂ ਹਾਂ। ਮਨਹੁ ਕਸੁਦਾ ਕਾਲੀਆ ਬਾਹਰ ਚਟਵੀਆ। ਅੰਦਰੋਂ ਤਾਂ ਐਨ ਸ਼ਾਹ ਕਾਲੀਆਂ ਵਕਾਰਾਂ ਦੇ ਨਾਲ, ਤੇ ਬਾਹਰੋਂ ਜਿਹੜੀ ਵੇਸ਼ ਭੂਸ਼ਾ ਹੈ ਉਹ ਚਿੱਟੀ ਹੈ। ਭਾਵ ਬਾਹਰ ਦਾ ਕੁਝ ਹੋਰ ਹੈ, ਅੰਦਰ ਦਾ ਆਚਰਨ ਕੁਝ ਹੋਰ ਹੈ। ਰੀਸਾ ਕਰਹਿ ਤਿਨਾੜੀਆ ਜੋ ਸੇਵਹਿ ਦਰ ਖੜੀਆ। ਰੀਸਾਂ ਉਹਨਾਂ ਦੀਆਂ ਕੀਤੀਆਂ ਜਿਹੜੀਆਂ ਸਵਾਮੀ ਦੇ ਘਰ ਵਿੱਚ ਪ੍ਰਵਾਨ ਹੋ ਗਈਆਂ। ਮੈਂ ਜਾਣਿਆ ਬਗ ਬੱਪੜਾ ਕਹਿੰਦੇ ਰੀਸ ਤਾਂ ਇੱਕ ਬਗਲੇ ਨੇ ਹੰਸਵਤ ਕਰ ਲਈ, ਪਰ ਉਹਦੇ ਜੀਵਨ ਦੇ ਅੰਦਰ ਤਥਾ ਬਗਲੇ ਦੇ ਜੀਵਨ ਦੇ ਅੰਦਰ ਤਾਂ ਬਹੁਤਾਤ ਵਿੱਚ ਦਿਨ ਰਾਤ ਦਾ ਫਰਕ ਸੀ। ਕਹਿੰਦੇ ਜੇ ਪਤਾ ਹੁੰਦਾ ਬਗ ਬੱਪੜਾ ਜਨਮ ਨਾ ਦੇਂਦੀ, ਅੰਗ ਹੰਸਾਂ ਵੇਖ ਤਰੰਦਿਆਂ। ਬੱਗਾਂ ਪੇ ਆਇਆ ਚਾਉ ਡੁੱਬ ਮੂਏ ਬਗ ਬੱਪੜੇ, ਸਿਰ ਤਲ ਉਪਰ ਪਾਉ ਰੀਸਾ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ।
ਰੀਸਾਂ ਉਹਨਾਂ ਦੀਆਂ ਜੋ ਮਾਲਕ ਜੀਆਂ ਦੇ ਘਰ ਪ੍ਰਵਾਨ ਹੋਈਆਂ, ਨਾਲ ਖਸਮੈ ਰਤੀਆ ਮਾਣ ਹੈ ਸੁਖ ਰਲੀਆ। ਜਿਨ੍ਹਾਂ ਨੇ ਮਾਲਕ ਜੀਆਂ ਦੇ ਨਾਲ ਮਿਲ ਕਰਕੇ ਇਕਜੋਤ ਹੋ ਕਰਕੇ ਸੁਖ ਮਾਣਿਆ। ਹੋਦੈ ਤਾਣ ਨਿਤਾਣੀਆਂ ਰਹਿਨ ਮਾਨਣੀਆਂ। ਇਹ ਭਾਈ ਉਹਨਾਂ ਦਾ ਜੀਵਨ ਤਾਂ ਐਸਾ ਹੈ, ਉਹਨਾਂ ਕੋਲ ਤਾਣ ਬਹੁਤ ਹੈ, ਤਾਕਤ ਬਹੁਤ ਹੈ, ਪਰ ਇਤਨੀ ਤਾਕਤ ਦੇ ਹੁੰਦਿਆਂ ਵੀ ਉਹ ਨਿਮਾਣੀਆਂ ਨਤਾਣੀਆਂ ਹੋ ਕੇ ਰਹੀਆਂ। ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ। ਭਾਈ ਜਨਮ ਸਕਾਰਥਾ ਹੋ ਜਾਏ ਜੇ ਤਿਨਾ ਸੰਗ ਜੀਵ, ਉਹਨਾਂ ਦੀ ਸ਼ੋਭਤ ਵਿੱਚ, ਉਹਨਾਂ ਦੀ ਸੰਗਤ ਵਿੱਚ ਜੀਵ ਮਿਲ ਜਾਏ। ਦੋਹਰਾ ਆਪਾ ਖੋਵਨ ਕੇ ਸ਼ਬਦ ਔਰ ਕਹੇ ਗੁਰ ਤਾਹੇ। ਇੱਥੇ ਕਵੀ ਜੀ ਲਿਖਦੇ ਹਨ ਕਿ ਸਤਿਗੁਰੂ ਜੀਆਂ ਨੇ ਇਸ ਪ੍ਰਕਾਰ ਨਾਲ ਹੋਰ ਵੀ ਕਈ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਨੂਰ ਸ਼ਾਹ ਜਾਦੂਗਰਨੀ ਦੇ ਉਸ ਥਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਹੋਰ ਵੀ ਉਚਾਰਨ ਕੀਤੇ। ਸੁਨ ਕਰ ਉਰ ਬੈਰਾਗ ਪਾ ਦੀਨ ਭਈ ਬਚ ਪ੍ਰਾਹੇ। ਔਰ ਬਚ ਪ੍ਰਾਹੇ ਉਹਨੇ ਬੇਨਤੀ ਨੂਰ ਸ਼ਾਹ ਜਾਦੂਗਰਨੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਬਚਨ ਸੁਣ ਕਰਕੇ ਬਰਾਗ ਵਿੱਚ ਆ ਕੇ ਬਚਨ ਕਹੇ। ਸਵਈਆ ਪਸਚਾਤ ਕਰੀ ਅਵਗਿਆ ਬਖਸ਼ੋ ਅਬ ਭੋ ਵਿਚਰੋ ਤੁਮ ਜੀ ਪਰ ਸਵਾਰਥ। ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਸਾਡੇ ਪਾਸੋਂ ਭੁੱਲਣਾ ਹੋਈ ਤੁਸੀਂ ਉਹ ਸਾਡੀ ਭੁੱਲਣਾ ਬਖਸ਼ ਦਵੋ। ਸਤਿਗੁਰੂ ਜਿੱਧਰ ਵੀ ਤੁਹਾਡਾ ਚਿੱਤ ਕਰਦਾ ਹੈ ਵਿਚਰਨ ਦਾ, ਸ਼ਹਿਨਸ਼ਾਹ ਤੁਸੀਂ ਉਸ ਪਾਸੇ ਵਿਚਰੋ। ਜਬ ਲੋ ਨਹਿ ਭੇਵ ਲਖਿਓ ਤਬ ਲੋ ਦੁਖ ਭੇਵ ਲਖਿਓ ਕਰੀਏ ਕਿਰਤਾਰਥ। ਮਹਾਰਾਜ ਜਦੋਂ ਤੱਕ ਨਹੀਂ ਸੀ ਤੁਹਾਡਾ ਭੇਵ, ਉਦੋਂ ਤੱਕ ਮਹਾਰਾਜ ਸਾਥੋਂ ਗਲਤੀ ਹੋਈ, ਭੁੱਲਣਾ ਹੋਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪ੍ਰਤੱਖ ਦਿਦਾਰ ਪਾਏ, ਮਹਾਰਾਜ ਹੁਣ ਤੁਸੀਂ ਕਿਰਤਾਰਥ ਕਰੋ। ਪਦ ਪੈ ਬਲਹਾਰ ਮੋਹਰਾ ਮੋਹਦਵ ਮੂਰਤ ਦ੍ਰਿਸ਼ਟ ਅਗਾਤ ਪਦਾਰਥ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਵੇ ਉਹਨੇ ਹੋਰ ਵੀ ਪਦਾਰਥ ਇਤਿਆਦਿਕ ਭੇਟ ਕਰਕੇ ਬੇਨਤੀ ਕੀਤੀ। ਕਰੁਣਾ ਕਰ ਲੇਹੋ ਉਪਾਇਨ ਕੋ ਸਿੱਖ ਦੇਹੋ ਗਈ ਬਹਿ ਪਾਛੇ ਅਕਾਰਤ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਪਿਛਲੀ ਆਰਬਲਾ ਤਾਂ ਇਸੇ ਪ੍ਰਕਾਰ ਦੇ ਨਾਲ ਹੁਣ ਬਤੀਤ ਹੋ ਗਈ। ਸਾਹਿਬ ਜੀ ਹੁਣ ਤੁਸੀਂ ਕਿਰਪਾਲਤਾ ਕਰੋ, ਮੇਰਾ ਇਹ ਜਨਮ ਸਫਲਾ ਕਰ ਦਿਓ। ਕਬਿਤ ਐਸ ਜਬ ਭਈ ਦੀਨ ਪਾਹੁਲ ਪਦਮ ਦੀਨ। ਜਿਸ ਪ੍ਰਕਾਰ ਸਾਧ ਸੰਗਤ ਜਦੋਂ ਇਹ ਬੇਨਤੀਆਂ ਕੀਤੀਆਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਵਕਤ ਨੂਰ ਸ਼ਾਹ ਜਾਦੂਗਰਨੀ ਤਥਾ ਉਹਦੀਆਂ ਹੋਰ ਜੋ ਨਾਲ ਇਸਤਰੀਆਂ ਸਨ ਉਸ ਸਥਾਨ ਤੇ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਹੁਲ ਬਖਸ਼ੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨੇ ਵੱਡੇ ਕਰੜੇ ਦਿਲਾਂ ਵਾਲਿਆਂ ਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਦਲ ਕੇ ਰੱਖ ਦਿੱਤਾ। ਜਿਨ੍ਹਾਂ ਦਾ ਐਸਾ ਸੁਭਾਅ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਨੂੰ ਵੀ ਖਿੜ ਸਮੇਂ ਵਿੱਚ ਬਦਲ ਕੇ ਰੱਖ ਦਿੱਤਾ। ਗੁਰੂ ਸਿੱਖੀ ਰੀਤ ਕੀਨ ਮੁਕਤ ਨਿਧਾਨ ਕੀ। ਮਹਾਰਾਜ ਜੀਆਂ ਨੇ ਗੁਰਸਿੱਖੀ ਦੀ ਉਹਨਾਂ ਨੂੰ ਰੀਤ ਦਿੱਤੀ ਹੈ। ਬੰਦੀ ਧਰਮਸਾਲ ਉਪਦੇਸ਼ ਦੇ ਕਿਰਪਾਲ ਗੁਰ। ਫਿਰ ਸਤਿਗੁਰੂ ਜੀਆਂ ਨੇ ਉਸ ਥਾਂ ਤੇ ਧਰਮਸ਼ਾਲ ਬੰਨੀ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਵੱਖ-ਵੱਖ ਫਿਰ ਥਾਵਾਂ ਤੇ ਸਤਿਗੁਰੂ ਜਿਨ੍ਹਾਂ ਥਾਵਾਂ ਤੋਂ ਪਹਿਲਾਂ ਹੋਰ ਆਵਾਜ਼ਾਂ ਤਥਾ ਵਿਕਾਰ ਵਿਪਰੀਤ ਆਵਾਜ਼ਾਂ ਪਈਆਂ ਆਉਂਦੀਆਂ ਸਨ, ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉੱਥੇ ਜਾਣ ਦੇ ਨਾਲ ਉਥੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੀ ਧੁਨ ਦੀਆਂ ਆਵਾਜ਼ਾਂ ਉਥੋਂ ਉੱਠਣ ਲੱਗੀਆਂ। ਕੀਰਤ ਬਿਸਾਲ ਹਰ ਕੀਨੀ ਰੀਤ ਗਾਨ ਕੀ। ਮਹਾਰਾਜ ਜੀਆਂ ਨੇ ਕੀਰਤੀ ਸਥਾਪਿਤ ਕੀਤੀ। ਸਿੱਖ ਸੰਤ ਆਏ ਤਾਂ ਪੈ ਮੰਤ ਨਾ ਚਲਾਏ ਨਿਜ। ਫਿਰ ਕਹਿ ਦਿੱਤਾ ਵੀ ਇੱਥੇ ਕੋਈ ਵੀ ਪੀਰ ਫਕੀਰ ਕੋਈ ਆਏ ਤੇ ਇਹਨਾਂ ਥਾਵਾਂ ਤੇ ਉਹਨਾਂ ਉੱਪਰ ਕੋਈ ਵੀ ਟੂਣੇ ਟਮਾਂਤਰ ਤੂੰ ਨਹੀਂ ਚਲਾਉਣੇ। ਟਹਿਲ ਬਨਾਏ ਕੀ ਜਛੋਰ ਰੀਤ ਮਾਨ ਕੀ। ਆਪਣੇ ਅੰਦਰ ਦੀ ਰੀਤੀ ਛੱਡ ਕੇ ਉਹਨਾਂ ਦੀ ਸੇਵਾ ਵਿੱਚ ਤੁਸੀਂ ਜੁੜਨਾ ਹੈ। ਕੈਸਾ ਇਹ ਸਮਾਂ ਹੋਵੇਗਾ ਸਾਧ ਸੰਗਤ ਜੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੂਰ ਸ਼ਾਹ ਜਾਦੂਗਰਨੀ ਤੋਂ ਰੁਖਸਤ ਲੈਣ ਲੱਗੇ ਹਨ, ਤੁਰਨ ਲੱਗੇ ਹਨ ਉਹਦੇ ਕੋਲੋਂ।
ਤੇ ਉਹ ਹੱਥ ਜੋੜ ਕੇ ਕੀ ਕਹਿੰਦੀ ਹੈ? ਹੱਥ ਜੋੜ ਕੇ ਮਹਾਰਾਜ ਜੀਆਂ ਤੋਂ ਜੀਵਨ ਜਾਚ ਪਈ ਮੰਗਦੀ ਹੈ, ਮਹਾਰਾਜ ਮੈਨੂੰ ਸਿੱਖਿਆ ਦੇ ਕੇ ਜਾਓ ਤੁਸੀਂ। ਐਸੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ। ਤਾਂ ਹੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਉਹ ਵਿਦਾਇਗੀ ਮਹਾਰਾਜ ਲੈਣ ਲੱਗਦੇ ਨੇ ਤੇ ਉਹ ਬੇਨਤੀ ਕਰਕੇ ਇੱਕ ਗਿਆ ਕੇ ਜੀਵਨ ਦੀ ਸਿੱਖਿਆ ਪਈ ਮੰਗਦੀ ਹੈ, ਮਹਾਰਾਜ ਮੈਨੂੰ ਜੀਵਨ ਦੀ ਸਿੱਖਿਆ ਦਿਓ, ਮੈਂ ਕੀ ਜੀਵਨ ਵਿੱਚ ਕਰਾਂ। ਵਾਹਿਗੁਰੂ ਜਪ ਮੁਖ ਜਾਏ ਭਵ ਜਨ ਦੁਖ। ਮਹਾਰਾਜ ਕਹਿੰਦੇ ਆਪਣੇ ਮੁਖ ਤੋਂ ਵਾਹਿਗੁਰੂ ਦਾ ਸਿਮਰਨ ਕਰੋ। ਦੇਤ ਸੁਖ ਰੀਤ ਜਿਉ ਸੰਤੋਖ ਸਿੰਘ ਭਾਨ ਕੀ। ਕਹਿੰਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਰੀਤ ਬਖਸ਼ੀ, ਕਹਿੰਦੇ ਜਿਵੇਂ ਸੂਰਜ ਦਾ ਸੇਕ, ਸੂਰਜ ਦੀਆਂ ਕਿਰਨਾਂ ਨਿੱਘ ਦੇਣ ਵਾਲੀਆਂ ਹਨ, ਵਾਹਿਗੁਰੂ ਦਾ ਸਿਮਰਨ ਕਰੋ, ਇਹ ਵੀ ਜੀਵਨ ਵਿੱਚ ਨਿੱਘ ਦੇਣ ਵਾਲਾ ਹੈ। ਦੋਹਰਾ ਕੀਤਿਕ ਬਾਸੁਰ ਰਹਿ ਤਹਾਂ ਧਰਮ ਦ੍ਰਿੜਾਇਓ ਦੇਸ਼। ਮਹਾਰਾਜ ਜੀਆਂ ਨੇ ਕੁਝ ਇੱਕ ਸਮਾਂ ਉੱਥੇ ਠਹਿਰ ਕਰਕੇ ਹੋਰ ਥਾਂ ਤੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਪਰਮ ਪ੍ਰੇਮ ਕਰ ਸਿੱਖ ਭਈ ਭਜਤ ਨਾਮ ਜਗਤੇਸ਼। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਸਿਮਰਨ ਵਿੱਚ ਜੁੜ ਕਰਕੇ ਪਰਮ ਪ੍ਰੇਮ ਕਰ ਸਿੱਖ ਭਈ, ਮਹਾਰਾਜ ਜੀਆਂ ਦੇ ਚਰਨ ਕਮਲਾ ਸੰਗ ਜੁੜ ਕਰਕੇ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸਿੱਖੀ ਸੇਵਕੀ ਵਿੱਚ ਜਿੱਥੇ ਉਹ ਆਪ ਆਈ, ਹੋਰ ਪਿਓ ਸਥਾਨ ਤੇ ਸਾਧ ਸੰਗਤ ਜੀਓ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਰਸ ਵੱਲ ਜੁੜੀਆਂ। ਇਹ ਸੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜੋ ਪ੍ਰਚਾਰ ਸਤਿਗੁਰੂ ਮਹਾਰਾਜ ਜੀਆਂ ਨੇ ਕਾਮਰੂਪ ਦੇਸ਼ ਦੇ ਅੰਦਰ ਕੀਤਾ। ਸੋ ਸਾਧ ਸੰਗਤ ਜੀਓ ਇੱਥੇ ਹੀ ਸਮਾਂ ਸਮਾਪਤ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ 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 ਵਾਹਿਗੁਰੂ।